जी दोस्तों, सारे दोस्तों का फिर तो एक बार निघा स्वागत है। तो प्रोग्राम तुसीं सुन रहे हो जी जिंदगी नामा हाल दुनिया। मैं तुहाडा दोस्त भुपिंदर भारज दुआबा रेडियो का मंच ते फिल्म स्टूडियो। ईरान ते ईरानी हरपाल सिंह पन्नू जी की कलम। गोल्डा मीर ਅਤੇ एक देश का जन्म किवें हुंदा है ते गोल्डा मीर कौन सी ਉਹਦਾ ਆਪਾਂ ਜ਼ਿਕਰ कर रहे हैं। की कुछ ਉਹਨਾਂ ने कीता है ते ਕਿਹੜਾ देश बनाया है। सेह ਦਾ ਤਕਲਾ ਉਹ ਕਿਵੇਂ ਗੱਡਦੀ ਹੈ, ਉਹਦੇ ਵਿੱਚੋਂ ਅਗਲੀ ਗੱਲਬਾਤ ਕਰਦੇ ਹਾਂ। ईरान ਤੇ ईरानियां ਚੋਂ हरपाल सिंह पन्नू जी की कलम। मैं तुहाडा दोस्त भुपिंदर भारज ते दुआबा रेडियो का मंच। हरपाल पन्नू जी लिखते हैं इस चैप्टर के विच अगला, जिथों आपां शुरुआत करते हैं। जिनके होठों पे हंसी पाँव में छाले होंगे वही लोग तुझे ढूंढने वाले होंगे। गोल्डा महीनिਆਂ बद्दी विदेशी दौरिਆਂ ਦੇ ਉੱਤੇ ਰਹਿੰਦੀ ਸੀ। ਪੁੱਤ ਧੀ ਉਦਾਸ ਰਹਿੰਦੇ, ਵਿਛੋੜਾ ਦੁਖਦਾਈ ਹੁੰਦਾ। ਇੱਕ ਵਾਰ ਬਿਮਾਰ ਹੋ ਗਈ ਤੇ ਕਿਹਾ, ਬੱਚਿਓ ਹੁਣ ਕਈ ਦਿਨ ਘਰ ਰਹਿਣਾ ਪਵੇਗਾ। ਬੱਚੇ ਨੱਚਣ ਲੱਗ ਪਏ, ਗਾਉਣ ਲੱਗ ਪਏ। ਸ਼ੁਕਰ ਰੱਬ ਦਾ ਸੱਚੇ ਦਾ ਕਹਿੰਦੇ ਕਿ ਮੰਮੀ ਬਿਮਾਰ ਹੋ ਗਈ। ਸ਼ੁਕਰ ਪੈਗੰਬਰਾਂ ਦਾ ਮੰਮੀ ਬਿਮਾਰ ਹੈ। ਗੋਲਡਾ ਦੀਆਂ ਅੱਖਾਂ ਭਰ ਆਈਆਂ। ਸਿਰ ਦਰਦ ਤਾਂ ਕੀ ਘਟਨਾ ਸੀ, ਦਿਲ ਦਾ ਦਰਦ ਡੂੰਘਾ ਹੋ ਗਿਆ। ਯੂਰਪੀਅਨ ਲੋਕ ਉਸ ਨੂੰ ਆਖਦੇ, ਦੇਖੋ ਇਨਕਲਾਬ ਤੋਂ ਬਾਅਦ ਰੂਸ ਨੇ ਕਿੰਨੀ ਤਰੱਕੀ ਕੀਤੀ ਹੈ ਕਿ ਯਹੂਦੀ ਵੀ ਫਲਸਤੀਨ ਦੇ ਵਿੱਚ ਇਉਂ ਖੁਸ਼ਹਾਲ ਹੋ ਜਾਣਗੇ। ਗੋਲਡਾ ਆਖਦੀ ਹੈ, ਰੂਸ ਉੱਪਰ ਰੂਸੀਆਂ ਦਾ ਰਾਜ ਹੈ। ਪਹਿਲਾਂ ਸਾਡੇ ਉੱਪਰ ਤੁਰਕ ਰਾਜ ਕਰਦੇ ਸਨ, ਹੁਣ ਅੰਗਰੇਜ਼ ਗੁਲਾਮ ਯਹੂਦੀਆਂ ਨੇ ਮਾਰੂ ਥਲਾਂ ਦੇ ਵਿੱਚ ਬਹਾਰਾਂ ਲੈ ਆਂਦੀਆਂ ਨੇ। ਇੱਕ ਵਾਰ ਇੱਥੇ ਆ ਕੇ ਦੇਖੋ ਤਾਂ ਸਹੀ, ਤਕਰੀਰਾਂ ਦੇ ਨਾਲ ਤੁਹਾਨੂੰ ਪਤਾ ਨਹੀਂ ਲੱਗਣਾ ਅਸੀਂ ਕੀ ਕੀ ਕਰ ਦਿੱਤਾ ਹੈ ਇੱਥੇ। ਚੰਦਾ ਇਕੱਠਾ ਕਰਨ ਵਿਨੀਪੈਗ ਗਈ। ਰੇਲ ਸਵਖਤੇ ਟਿਕਾਣੇ ਜਾ ਪੁੱਜੀ। ਅਜੇ ਹਨੇਰਾ ਸੀ। ਸੋਚਿਆ ਇੰਨੀ ਜਲਦੀ ਆਪਣੀ ਮੇਜ਼ਬਾਨ ਦੀ ਨੀਂਦ ਦੇ ਵਿੱਚ ਵਿਘਨ ਕਾਹਨੂੰ ਪਾਉਣਾ ਹੈ। 3-4 ਘੰਟੇ ਨੇੜੇ ਹੋਟਲ ਦੇ ਵਿੱਚ ਆਰਾਮ ਕਰ ਲੈਂਦੀਆਂ। ਹੋਟਲ ਪੁੱਜ ਕੇ ਕਮਰੇ ਦਾ ਦਰਵਾਜ਼ਾ ਅਜੇ ਖੋਲ੍ਹਿਆ ਹੀ ਸੀ ਕਿ ਟੈਲੀਫੋਨ ਵੱਜਣ ਲੱਗ ਪਿਆ। ਕਿੱਥੇ ਹੋ ਗੋਲਡੀ? ਅਸੀਂ 25 ਔਰਤਾਂ ਤੁਹਾਨੂੰ ਲੈਣ ਸਟੇਸ਼ਨ ਦੇ ਉੱਤੇ ਖੜੀਆਂ। ਹਰੇਕ ਸਭ ਤੋਂ ਪਹਿਲਾਂ ਹੱਥ ਮਿਲਾਉਣ ਦੇ ਲਈ ਉਤਸਕ ਹੈ। 15 ਮਿੰਟਾਂ ਦੇ ਵਿੱਚ ਸਾਰੀਆਂ ਇਕੱਠੀਆਂ ਹੋ ਗਈਆਂ। ਇੱਕ ਥਾਂ ਕਾਫੀ ਚੰਦਾ ਮਿਲਿਆ ਤਾਂ ਗੋਲਡਾ ਨੇ ਪੁੱਛਿਆ, ਕਿਸ ਢੰਗ ਦੇ ਨਾਲ ਇਕੱਠੇ ਕੀਤੇ ਇੰਨੇ ਸਾਰੇ ਪੈਸੇ ਤੁਸੀਂ? ਇੱਕ ਜਾਣੀ ਬੋਲੀ ਵਿੱਚੋਂ, ਅਸੀਂ ਸ਼ਰਤਾਂ ਲਾ ਤਾਸ਼ ਖੇਡਿਆ, ਬਸ ਪੈਸੇ ਬਣ ਗਏ। ਗੋਲਡਾ ਨੇ ਕਿਹਾ, ਇਜ਼ਰਾਈਲ ਦੇ ਨਾਂ ਦੇ ਉੱਤੇ ਤਾਸ਼ ਦੀਆਂ ਸ਼ਰਤਾਂ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਇੱਕ ਔਰਤ ਨੇ ਪੁੱਛਿਆ, ਭੈਣ ਤੁਸੀਂ ਉੱਥੇ ਬਿਲਕੁਲ ਤਾਸ਼ ਨਹੀਂ ਖੇਡਦੇ? ਗੋਲਡਾ ਬੋਲੀ, ਬਿਲਕੁਲ ਵੀ ਨਹੀਂ। ਵਾਪਸ ਫਲਸਤੀਨ ਆਈ ਤਾਂ ਦੇਖਿਆ ਕੁਝ ਮੁੰਡੇ ਤਾਸ਼ ਖੇਡਣ ਦੇ ਵਿੱਚ ਮਗਨ। ਰੁਕ ਗਈ, ਪੁੱਛਿਆ, ਸ਼ਰਤ ਲਾ ਕੇ ਖੇਡਦੇ ਹੋ? ਸਾਰਿਆਂ ਨੇ ਕਿਹਾ ਨਹੀਂ। ਚਲੋ ਫਿਰ ਠੀਕ ਹੈ। ਗੋਲਡਾ ਨੇ ਲਿਖਿਆ, ਮੈਂ ਉਸ ਔਰਤ ਤੋਂ ਖਿਮਾ ਮੰਗਣੀ ਚਾਹੀ ਪਰ ਉਸਦਾ ਟੈਲੀਫੋਨ ਨਹੀਂ ਸੀ, ਨਾਮ ਪਤਾ ਨਹੀਂ ਸੀ ਉਹਦਾ। ਜ਼ਿਓਨਿਜ਼ਮ ਯਹੂਦੀਆਂ ਦੀ ਪੁਨਰ ਜਾਗਰਣ ਖੱਬੇ ਪੱਖੀ ਲਹਿਰ ਸੀ। ਗੋਲਡਾ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਨਿੱਜੀ ਪੂੰਜੀ ਦਾ ਖਾਤਮਾ ਕਰ ਦਿਓਗੇ? ਫਿਰ ਪ੍ਰਾਈਵੇਟ ਕਾਰਖਾਨੇ ਨਹੀਂ ਹੋਣਗੇ, ਕਾਰਪੋਰੇਟ ਖਤਮ ਕਰੋਗੇ? ਗੋਲਡਾ ਦਾ ਉੱਤਰ ਹੁੰਦਾ ਹੈ, ਜੇ ਪ੍ਰਾਈਵੇਟ ਫੈਕਟਰੀਆਂ ਰਿਫਿਊਜੀ ਯਹੂਦੀ ਕਾਮਿਆਂ ਨੂੰ ਨੌਕਰੀਆਂ ਦੇਣਗੀਆਂ ਤਾਂ ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰਾਂਗੇ, ਕਿਉਂਕਿ ਰੋਜ਼ਗਾਰ ਮਿਲੇਗਾ ਤਾਂ ਹੋਰ ਯਹੂਦੀ ਪ੍ਰਦੇਸ਼ਾਂ ਤੋਂ ਆਉਣਗੇ, ਵਾਪਸ ਇੱਥੇ ਸਾਡੇ ਮੁਲਕ 'ਚ ਇਜ਼ਰਾਈਲ 'ਚ ਆਉਣਗੇ। ਜੇ ਨਿੱਜੀ ਕੰਪਨੀਆਂ ਮੁਸਲਮਾਨਾਂ ਨੂੰ ਨੌਕਰੀਆਂ ਦੇਣਗੀਆਂ ਕਿਉਂਕਿ ਉਹ ਯਹੂਦੀਆਂ ਦੇ ਨਾਲੋਂ ਸਸਤੇ ਮਿਲ ਜਾਂਦੇ ਨੇ, ਫਿਰ ਅਸੀਂ ਇਹਨਾਂ ਦਾ ਕੀ ਕਰਨਾ? 1933 ਦੇ ਵਿੱਚ ਹਿਟਲਰ ਦੀ ਪਾਰਟੀ ਤਾਕਤ ਫੜਨ ਲੱਗ ਜਾਂਦੀ ਹੈ। ਉਸਦੇ ਐਲਾਨ ਖਤਰਨਾਕ ਹੋ ਜਾਂਦੇ ਨੇ। ਆਰੀਆ ਨਸਲ ਵਿੱਚ ਬਚੇਗੀ, ਸਿਰਫ ਆਰੀਆ ਯਾਨੀ ਕਿ ਈਰਾਨੀਏ, ਪਹਿਲੇ ਪਰਸ਼ੀਅਨ ਲੋਕ। ਆਰੀਆ ਨਸਲ ਬਚੇਗੀ, ਗੈਰ ਆਰੀਏ ਖਤਮ। ਸਭ ਸਮਝਦੇ ਸਨ ਕਿ ਇਹ ਸਿਆਸੀ ਸਟੰਟ ਹਨ, ਹੋਰ ਕੁਝ ਨਹੀਂ। ਜਲਦੀ ਪਤਾ ਲੱਗ ਗਿਆ ਕਿ ਯਹੂਦੀਆਂ ਦੀ ਨਸਲਕੁਸ਼ੀ ਹੋਣ ਲੱਗ ਗਈ। ਜਰਮਨੀ ਤੇ ਆਸਟਰੀਆ ਦੇ ਵਿੱਚੋਂ ਜਾਨਾਂ ਬਚਾ ਕੇ 60,000 ਯਹੂਦੀ ਫਲਸਤੀਨ ਪੁੱਜ ਗਏ। ਹਿਟਲਰ ਦਾ ਅਸਲ ਮੁਲਕ ਜਿਹੜਾ ਸੀ ਜਰਮਨ ਨਹੀਂ ਸੀ, ਅਸਲ ਦੇ ਵਿੱਚ ਉਹਦੀ ਪੈਦਾਇਸ਼ ਜਿਹੜੀ ਆ ਉਹ ਬਰਥ ਹੈ ਉਹ ਆਸਟਰੀਆ ਦੇ ਵਿੱਚ ਜੰਮਿਆ। ਜਰਮਨੀ ਅਤੇ ਆਸਟਰੀਆ ਦੇ ਵਿੱਚੋਂ ਜਾਣਾ ਜਿਹੜੀਆਂ ਸੀ ਜਾਨਾਂ ਨੂੰ ਬਚਾ ਕੇ 60,000 ਯਹੂਦੀ ਫਲਸਤੀਨ ਪੁੱਜ ਗਏ। ਹਿਸਾਬ ਲਾਓ, 4 ਲੱਖ ਦੀ ਆਬਾਦੀ 60,000 ਦੇ ਰਹਿਣ ਸਹਿਣ ਖਾਣ ਪੀਣ ਦਾ ਪ੍ਰਬੰਧ ਕਰੇ, ਬੈਠਿਆਂ ਨੂੰ ਰੋਟੀ ਨਹੀਂ ਕੰਮ ਦੇਵੇ, ਪ੍ਰੋਫੈਸਰ, ਇੰਜੀਨੀਅਰ, ਸੰਗੀਤਕਾਰ, ਇਤਿਹਾਸਕਾਰ, ਰਿਸਰਚ
ਸਕਾਲਰ ਕੈਮਿਸਟ ਕੰਮ ਮੰਗਣ ਲੱਗ ਪਏ। ਇਹਨਾਂ ਨੂੰ ਰਾਤੋਂ ਰਾਤ ਮੁਰਗੀ ਖਾਨੇ ਦਾ, ਖੇਤਾਂ ਦਾ, ਰਾਜ ਮਿਸਤਰੀ ਦਾ, ਚੌਂਕੀਦਾਰੀ ਦਾ ਕੰਮ ਸਿਖਾਉਣਾ ਤੇ ਕੰਮ ਦੇ ਉੱਤੇ ਲਾਣਾ ਹੁੰਦਾ ਹੈ। ਇਸ ਸੰਕਟ ਦੇ ਵਿੱਚ ਦੋ ਰਸਤੇ ਸਨ ਸਿਰਫ, ਜਾਂ ਤਾਂ ਹੱਥ ਖੜੇ ਕਰੋ ਤੇ ਕਹੋ ਬਸ ਸਾਡੇ ਤੋਂ ਨਹੀਂ ਕਰ ਹੁੰਦਾ ਇਹ ਕੰਮ ਹੁਣ, ਜਾਂ ਫਿਰ ਢੀਠਤਾ ਦੇ ਨਾਲ ਢੀਠ ਬਣ ਕੇ ਲੱਗੇ ਰਹੋ, ਹੌਸਲਾ ਨਾ ਹਾਰੋ। ਗੋਲਡਾ ਦੀ ਟੀਮ ਨੇ ਦੂਜਾ ਰਾਹ ਚੁਣ ਲਿਆ। ਮੁਸਲਮਾਨ ਅਮੀਰ ਸਨ, ਹਥਿਆਰਬੰਦ ਸਨ, ਹਿੰਸਕ ਸਨ, ਯਹੂਦੀਆਂ ਦੇ ਦੁਸ਼ਮਣ ਸਨ। ਬਰਤਾਨੀਆ ਸਰਕਾਰ ਤਮਾਸ਼ਬੀਨ ਸੀ। ਹਿਟਲਰ ਤਬਾਹੀ ਮਚਾ ਰਿਹਾ। ਗੋਲਡਾ ਕਿਹਾ ਕਰਦੀ ਸੀ ਕਿ ਇੱਕ ਦੇਸ਼ ਦਾ ਜਨਮ ਹੋਏਗਾ ਹੀ ਹੋਏਗਾ। ਜੰਮਣ ਪੀੜਾਂ ਹੌਲਨਾਕ ਤਾਂ ਹੋਣਗੀਆਂ, ਪਰ ਬਰਦਾਸ਼ਤ ਕਰਨੀਆਂ ਪੈਣਗੀਆਂ। ਦੋਵੇਂ ਬੱਚਿਆਂ ਦੀ ਪੜ੍ਹਾਈ ਦੀ ਨਿਗਰਾਨੀ ਕਰਨੀ ਵੀ ਜ਼ਰੂਰੀ ਸੀ। ਲਹੂ ਪਸੀਨੇ ਦੀ ਮਿਹਨਤ ਦੇ ਨਾਲ ਲਾਏ ਫਲਦਾਰ ਲੱਖਾਂ ਬੂਟੇ ਅਰਬਾਂ ਨੇ ਪੁੱਟ ਦਿੱਤੇ। ਰੇਲ ਪਟੜੀਆਂ ਉਖਾੜ ਦਿੱਤੀਆਂ ਗਈਆਂ। ਬੰਬਾਂ ਦੇ ਨਾਲ ਸੜਕਾਂ ਦੇ ਵਿੱਚ ਖੂਹ ਪੁੱਟ ਦਿੱਤੇ ਗਏ। 1939 ਤੱਕ ਅਰਬਾਂ ਨੇ 500 ਯਹੂਦੀ ਕਤਲ ਕਰ ਦਿੱਤੇ। ਪੱਕੀਆਂ ਫਸਲਾਂ ਸਾੜ ਦਿੱਤੀਆਂ। ਸਫ਼ਰ ਖਤਰਨਾਕ ਸੀ, ਪਰ ਗੋਲਡਾ ਨੂੰ ਸਫ਼ਰ ਕਰਨਾ ਪੈਂਦਾ। ਸਵੇਰ ਸਾਰ ਬੱਚਿਆਂ ਨੂੰ ਚੁੰਮ ਕੇ ਘਰੋਂ ਇਹ ਸੋਚ ਕੇ ਨਿਕਲ ਜਾਂਦੀ ਕਿ ਪਤਾ ਵਾਪਸ ਆਵੇਗੀ ਕਿ ਨਾ। ਘਾਤ ਲਾ ਕੇ ਹਮਲਾ ਹੋ ਸਕਦਾ ਹੈ, ਬੱਸ ਵਿੱਚ ਬੰਬ ਫਟ ਸਕਦਾ ਹੈ, ਭੀੜ ਪਥਰਾਓ ਕਰ ਸਕਦੀ ਹੈ, ਮਾਰ ਸਕਦੀ ਹੈ। ਯਹੂਦੀ ਹਿੰਸਾ ਦਾ ਜਵਾਬ ਹਿੰਸਾ ਦੇ ਨਾਲ ਦੇ ਸਕਦੇ ਸਨ, ਪਰ ਫਿਰ ਬਰਤਾਨੀਆ ਸਰਕਾਰ ਨੇ ਹੋਰ ਪਾਬੰਦੀਆਂ ਲਾ ਦੇਣੀਆਂ ਸਨ। ਸਬਰ ਸ਼ੁਕਰ ਕਰਕੇ ਦਿਨ ਕੱਟੀ ਹੋ ਰਹੇ ਸੀ। ਇੱਟ ਦਾ ਜਵਾਬ ਪੱਥਰ ਦੇ ਨਾਲ ਦਿਓ ਨਾਅਰੇ ਲੱਗਦੇ, ਪਰ ਗੋਲਡਾ ਜਾਣਦੀ ਸੀ ਇਹ ਰਸਤਾ ਖੁਦਕੁਸ਼ੀ ਦਾ ਹੈ। ਉਸਨੂੰ ਬੁਜ਼ਦਿਲ ਕਿਹਾ ਗਿਆ। ਪਰਵਾਹ ਨਹੀਂ ਹਾਂ। ਹਥਿਆਰਬੰਦ ਅਰਬਾਂ ਦੀ ਟੋਲੀ ਸਾਹਮਣਿਓਂ ਹਮਲਾ ਕਰਨ ਆ ਰਹੀ ਹੈ। ਡਟ ਕੇ ਮੁਕਾਬਲਾ ਕਰੋ। ਬੰਬ ਰੱਖਦਾ ਕੋਈ ਅਰਬ ਫੜਿਆ ਗਿਆ, ਗੋਲੀ ਦੇ ਨਾਲ ਫੁੰਡ ਦਿਓ। ਪਰ ਇਸ ਕਸੂਰ ਕਰਕੇ ਕੋਈ ਅਰਬ ਨਹੀਂ ਮਾਰਨਾ ਕਿ ਇਹ ਮੁਸਲਮਾਨ ਹੈ। ਮੁਫਤੀ ਨੇ ਜਿਹੜਾ ਸੀ ਫਤਵਾ ਸੁਣਾਇਆ, ਫਲਸਤੀਨ ਦੇ ਵਿੱਚ ਮੁਸਲਮਾਨ ਮੁਕੰਮਲ ਹੜਤਾਲ ਕਰਨ, ਯਹੂਦੀ ਡਗਮਗਾ ਜਾਣਗੇ। ਬੰਦਰਗਾਹ, ਟਰੱਕ, ਬੱਸਾਂ, ਖੇਤੀ ਸਭ ਬੰਦ। ਗੋਲਡਾ ਨੇ ਐਲਾਨ ਕਰ ਦਿੱਤਾ, ਜੱਦਾਂ ਦੀ ਬੰਦਰਗਾਹ ਬੰਦ ਹੋ ਗਈ ਹੈ। ਅਸੀਂ ਤਲ ਅਵੀਵ ਨਵੀਂ ਬੰਦਰਗਾਹ ਬਣਾਵਾਂਗੇ। ਹਥਿਆਰਬੰਦ ਯਹੂਦੀ ਰੇਲਾਂ ਤੇ ਟਰੱਕ ਚਲਾਉਣਗੇ। ਅਸੀਂ ਖੇਤਾਂ ਦੇ ਵਿੱਚ ਦੁੱਗਣਾ ਸਮਾਂ ਲਾਵਾਂਗੇ। ਕੋਈ ਰੋਕ ਕੇ ਤਾਂ ਦਿਖਾਵੇ। ਅਰਬਾਂ ਦੇ ਸਾਰੇ ਕੰਮ ਅਸੀਂ ਸੰਭਾਲਾਂਗੇ। ਗੁਰਿਓ ਨੇ ਜਿਹੜਾ ਸੀ 1937 ਦੇ ਵਿੱਚ ਗੋਲਡਾ ਨੂੰ ਅਮਰੀਕਾ ਫੰਡ ਇਕੱਠੇ ਕਰਨ ਦੇ ਲਈ ਭੇਜਿਆ ਤਾਂ ਕਿ ਤਲ ਅਵੀਵ ਬੰਦਰਗਾਹ ਕਾਇਮ ਕਰਕੇ ਯਹੂਦੀ ਆਪਣਾ ਵਪਾਰ ਸ਼ੁਰੂ ਕਰ ਸਕਣ। 2000 ਸਾਲ ਪਹਿਲਾਂ ਯਹੂਦੀ ਜਹਾਜ਼ ਰਾਣੀ ਜਾਣਦੇ ਸਨ, ਪਰ ਲੰਮਾ ਸਮਾਂ ਉੱਜੜ ਕੇ ਮੈਦਾਨਾਂ ਦੇ ਵਿੱਚ ਵਸਣ ਕਾਰਨ ਭੁੱਲ ਗਏ ਸਨ। ਪਹਿਲਾਂ ਜਹਾਜ਼ ਖਰੀਦਣ ਦੇ ਲਈ ਪੈਸੇ ਚਾਹੀਦੇ ਸਨ। ਫੈਸਲਾ ਹੋ ਗਿਆ ਇਸ ਦਾ ਨਾਮ ਨਕਸ਼ੋ ਰੱਖਾਂਗੇ। ਜਦੋਂ ਮਿਸਰ ਵਿੱਚੋਂ ਉੱਜੜਨ ਵੇਲੇ ਪੈਗੰਬਰ ਮੂਸਾ ਨੇ ਕਿਹਾ, ਲਾਲ ਸਾਗਰ ਦੇ ਵਿੱਚ ਕੁੱਦ ਪਵੋ, ਹੁਕਮ ਮੰਨਦਿਆਂ ਜਿਸ ਬੱਚੇ ਨੇ ਸਭ ਤੋਂ ਪਹਿਲਾਂ ਛਾਲ ਮਾਰੀ ਉਸ ਦਾ ਨਾਮ ਨਕਸ਼ੋ ਸੀ। ਲੱਕੜ ਦੇ ਫੱਟਿਆਂ ਦੇ ਨਾਲ ਬੰਦਰਗਾਹ ਤਿਆਰ ਕੀਤੀ ਗਈ। ਜਦੋਂ ਪਹਿਲਾ ਜਹਾਜ਼ ਤਲ ਅਵੀਵ ਪੁੱਜਿਆ, ਹਜ਼ਾਰਾਂ ਯਹੂਦੀ ਦੇਖਣ ਆਏ। ਉਹਨਾਂ ਦਾ ਸੁਪਨਾ ਜਿਹੜਾ ਸੀ ਸਾਕਾਰ ਹੋ ਗਿਆ। ਗੀਤ ਗਾਏ, ਨੱਚੇ ਗਾਏ, ਪੂਰਾ ਤਿਉਹਾਰ ਮਨਾਇਆ। ਇੱਕ ਦਿਨ ਉਹਨਾਂ ਦੀ ਨੇਵੀ ਫਲੀਟ ਵੀ ਬਣ ਜਾਏਗੀ। ਉਦੋਂ ਕਿਸੇ ਨੂੰ ਇਹ ਖਿਆਲ ਨਹੀਂ ਸੀ ਕਿ ਨਾਜ਼ੀ ਕੈਂਪਾਂ ਦੇ ਵਿੱਚ ਬੰਦੀ ਯੂਰਪੀਅਨ ਯਹੂਦੀ ਇਸੇ ਬੰਦਰਗਾਹ ਦੇ ਉੱਤੇ ਆ ਕੇ ਉਤਰਨਗੇ। 1976 ਦੇ ਵਿੱਚ ਬਰਤਾਨੀਆ ਦੇ ਪੀਲ ਕਮਿਸ਼ਨ ਨੇ ਫਲਸਤੀਨ ਦਾ ਦੌਰਾ ਕੀਤਾ ਤੇ ਲਿਖਿਆ ਕਿ ਫਲਸਤੀਨ ਦੇ 2 ਟੁਕੜੇ ਕਰ ਦੇਣੇ ਜਾਣ। 2000 ਵਰਗ ਮੀਲ ਰਕਬਾ ਯਹੂਦੀਆਂ ਨੂੰ ਮਿਲੇ ਤੇ ਬਾਕੀ ਦਾ ਅਰਬਾਂ ਨੂੰ। ਯਰੂਸ਼ਲਮ ਨੂੰ ਜਾਣ ਵਾਸਤੇ ਅੰਤਰਰਾਸ਼ਟਰੀ ਲਾਂਘਾ ਦੇ ਦਿੱਤਾ ਜਾਵੇ। ਗੋਲਡਾ ਨੇ ਇਸ ਪੇਸ਼ਕਸ਼ ਦੇ ਉੱਤੇ ਇਤਰਾਜ਼ ਉਠਾਉਂਦਿਆਂ ਕਿਹਾ, ਇੰਨਾ ਘੱਟ ਰਕਬਾ, ਬਾਕੀ ਸਾਰਾ ਫਲਸਤੀਨ ਅਰਬਾਂ ਨੂੰ। ਵੱਡੇ ਹੋ ਕੇ ਮੇਰੇ ਬੱਚੇ ਮੈਨੂੰ ਪੁੱਛਣਗੇ, ਮਾਂ ਤੂੰ ਐਡਾ ਵੱਡਾ ਦੇਸ਼ ਛੱਡਣ ਦੇ ਫੈਸਲੇ ਤੇ ਦਸਤਖਤ ਕਰ ਦਿੱਤੇ। ਬਹੁਤ ਸਾਰੇ ਹੋਰ ਨੇਤਾ ਵੀ ਇਹੀ ਕਹਿ ਰਹੇ ਸਨ। ਬਿਨ ਗੁਰਿਓ ਨੇ ਸਹਿਮਤੀ ਦਿੰਦਿਆਂ ਕਿਹਾ, ਕੁਝ ਤਾਂ ਮਿਲੇਗਾ ਹੀ। ਹੁਣ ਤਾਂ ਕੁਝ ਵੀ ਨਹੀਂ ਸਾਡੇ ਕੋਲ। ਕਿ ਸਾਨੂੰ ਜ਼ੀਰੋ ਤੋਂ ਅੱਗੇ ਨਹੀਂ ਵਧਣਾ ਚਾਹੀਦਾ? ਉਹਨੇ ਸਵਾਲ ਕਰ ਦਿੱਤਾ। ਉਸ ਦੀ ਗੱਲ ਦੇ ਵਿੱਚ ਦਮ ਜ਼ਰੂਰ ਸੀ। ਮੰਨ ਗਏ।
ਪਰ ਅਰਬ ਨਹੀਂ ਮੰਨੇ। ਅਰਬਾਂ ਨੇ ਕਦੀ ਆਪਣਾ ਫਾਇਦਾ ਨਹੀਂ ਸੋਚਿਆ। ਉਹ ਸੋਚਦੇ ਸਨ ਯਹੂਦੀਆਂ ਦਾ ਨੁਕਸਾਨ ਕਿਵੇਂ ਹੋਵੇ। ਜੇ ਪੀਲ ਪਲੈਨ ਮੰਨੀ ਜਾਂਦੀ, ਲੱਖਾਂ ਯਹੂਦੀ ਦੂਜੀ ਜੰਗ ਦੇ ਵਿੱਚ ਮਰਨੋਂ ਬਚ ਕੇ ਇੱਥੇ ਆ ਪੁੱਜਦੇ। ਅੰਗਰੇਜ਼ਾਂ ਨੇ ਕੋਟਾ ਮਿੱਥਿਆ ਹੋਇਆ ਸੀ, ਜਿਸ ਤੋਂ ਵਧੇਕ ਗਿਣਤੀ ਦੇ ਸ਼ਰਨਾਰਥੀ ਯਹੂਦੀਆਂ ਨੂੰ ਬੰਦਰਗਾਹ ਤੋਂ ਵਾਪਸ ਭੇਜ ਦਿੰਦੇ ਸਨ। ਜਾਣੀ ਕਿ ਜੇ ਯਹੂਦੀਆਂ ਦਾ ਜਿਉਣ ਨੂੰ ਜੀ ਕਰੇ, ਉਹਨਾਂ ਨੂੰ ਇਹ ਹੱਕ ਨਾ ਦਿੱਤਾ ਜਾਏ। 1938 ਦੇ ਵਿੱਚ ਅਮਰੀਕਾ 'ਚ 32 ਦੇਸ਼ਾਂ ਦੇ ਪ੍ਰਤੀਨਿਧ ਆਏ, ਜਿਨ੍ਹਾਂ ਨੇ ਯਹੂਦੀਆਂ ਦੇ ਫਲਸਤੀਨ ਦੇ ਵਿੱਚ ਦਾਖਲੇ ਦਾ ਕੋਟਾ ਨਿਸ਼ਚਿਤ ਕਰਨਾ ਸੀ। ਗੋਲਡਾ ਗਈ, ਸੁਣਦੀ ਰਹੀ, ਸਭ ਫਲਸਫਾ ਝਾੜਦੇ ਰਹੇ, ਕੋਈ ਲਾਭਦਾਇਕ ਫੈਸਲਾ ਨਾ ਹੋਇਆ। ਪ੍ਰੈਸ ਨੇ ਪੁੱਛਿਆ, ਮੈਡਮ ਤੁਸੀਂ ਕੀ ਕਹਿਣਾ ਚਾਹੋਗੇ? ਗੋਲਡਾ ਬੋਲੀ, ਮੇਰੀ ਯਹੂਦੀਆਂ ਅੱਗੇ ਅਪੀਲ ਹੈ, ਦੁਨੀਆ ਦੇ ਕਿਸੇ ਦੇਸ਼ ਤੋਂ ਹਮਦਰਦੀ ਦੀ ਆਸ ਨਾ ਰੱਖਣ। ਰੱਬ ਤੋਂ ਇਲਾਵਾ ਸਾਡਾ ਹਮਦਰਦ ਕੋਈ ਨਹੀਂ। ਬਰਤਾਨੀਆ ਨੇ ਕੋਟੇ ਬਾਰੇ ਜਿਹੜਾ ਵਾਈਟ ਪੇਪਰ ਜਾਰੀ ਕੀਤਾ, ਗੁਰਿਓ ਨੇ ਰੱਦ ਕਰਤਾ। ਸਤੰਬਰ 1939 ਨੂੰ ਦੂਜਾ ਵਿਸ਼ਵ ਯੁੱਧ ਛਿੜ ਗਿਆ। ਗੁਰਿਓ ਦਾ ਐਲਾਨ ਆਇਆ, ਅਸੀਂ ਹਿਟਲਰ ਦੇ ਵਿਰੁੱਧ ਇਉਂ ਲੜਾਂਗੇ ਜਿਵੇਂ ਵਾਈਟ ਪੇਪਰ ਹੈ ਹੀ ਨਹੀਂ। ਅਸੀਂ ਵਾਈਟ ਪੇਪਰ ਵਿਰੁੱਧ ਇਉਂ ਲੜਾਂਗੇ ਜਿਵੇਂ ਹਿਟਲਰ ਹੁੰਦਾ ਹੀ ਨਹੀਂ। ਨਾਜ਼ੀਆਂ ਦੇ ਵਿਰੁੱਧ ਖੂਨੀ ਜੰਗ ਲੜਦੇ ਬਰਤਾਨੀਆ ਨੂੰ ਯਹੂਦੀਆਂ ਦੀ ਨਸਲਕੁਸ਼ੀ ਦਾ ਫਿਕਰ ਨਹੀਂ ਸੀ। ਹਾਲਾਂਕਿ ਬਰਤਾਨੀਆ ਦੇ ਵੱਲੋਂ ਲੜ ਰਹੇ ਸਨ, ਉਹ ਜਾਨ ਬਚਾ ਕੇ ਫਲਸਤੀਨ ਆਉਂਦੇ ਯਹੂਦੀਆਂ ਦੇ ਰਸਤੇ ਦੇ ਵਿੱਚ ਲੋਹੇ ਦੀ ਦੀਵਾਰ ਜਿਹੜੀ ਸੀ ਬਰਤਾਨੀਆ ਬਣ ਰਿਹਾ ਸੀ। ਸਾਲ 1935 ਦਾ ਵਾਈਟ ਪੇਪਰ ਮੌਤ ਦਾ ਵਾਰੰਟ ਸੀ, ਜਿਹੜਾ ਅਜਨਬੀਆਂ ਨੇ ਤਿਆਰ ਕੀਤਾ ਸੀ। ਅਰਬ ਨਹੀਂ ਚਾਹੁੰਦੇ ਸਨ ਕਿ ਫਲਸਤੀਨ ਦੇ ਵਿੱਚ ਯਹੂਦੀਆਂ ਦੀ ਗਿਣਤੀ ਵਧੀ ਜਾਵੇ। ਅਰਬ ਨਾਜ਼ੀਆਂ ਤੇ ਹਮਾਇਤੀ ਸਨ, ਤਾਂ ਵੀ ਬਰਤਾਨੀਆ ਅਰਬਾਂ ਦੀ ਗੱਲ ਮੰਨ ਰਿਹਾ ਸੀ, ਯਹੂਦੀਆਂ ਦੀ ਨਹੀਂ। ਉਦੋਂ ਯਹੂਦੀ ਨਾ ਵੱਖਰਾ ਦੇਸ਼ ਮੰਗ ਰਹੇ ਸਨ ਤੇ ਨਾ ਆਜ਼ਾਦੀ ਦਾ ਭਰੋਸਾ, ਨਾ ਅੰਨ, ਨਾ ਧਨ, ਨਾ ਹਥਿਆਰ। ਉਹਨਾਂ ਦੀ ਕੇਵਲ ਤੇ ਕੇਵਲ ਫਰਿਆਦ ਇਹ ਸੀ ਕਿ ਸ਼ਰਨ ਆਉਂਦੇ ਯਹੂਦੀਆਂ ਨੂੰ ਫਲਸਤੀਨ ਆਉਣ ਦਿਓ ਬਸ। ਫਲਸਤੀਨ ਦੇ ਗਰੀਬ ਯਹੂਦੀ ਰਫਿਊਜੀਆਂ ਦੇ ਨਾਲ ਵੰਡ ਕੇ ਰੁੱਖੀ ਸੁੱਖੀ ਰੋਟੀ ਖਾ ਲੈਣਗੇ, ਬਸ ਉਹਨਾਂ ਨੂੰ ਆਉਣ ਦਿਓ। ਯਹੂਦੀਆਂ ਦੇ ਨਰਸੰਘਾਰ ਵਿਰੁੱਧ ਕਿਸੇ ਨੇ ਹਾਂ ਦਾ ਨਾਰਾ ਨਹੀਂ ਸੀ ਮਾਰਿਆ। ਫਲਸਤੀਨ ਵਿੱਚੋਂ 1,30,000 ਜਵਾਨ ਯਹੂਦੀ ਜਿਹੜੇ ਜਵਾਨ ਸੀ, ਨਵੀਂ ਜਨਰੇਸ਼ਨ ਸੀ, ਜਵਾਨ ਯਹੂਦੀ ਭਰਤੀ ਹੋ ਗਏ। ਬਰਤਾਨੀਆ ਚਾਹੁੰਦਾ ਨਹੀਂ ਸੀ, ਪਰ ਉਹਨਾਂ ਉਸ ਨੂੰ ਰੰਗ ਰੂਟਾਂ ਦੀ ਜਿਹੜੀ ਸੀ ਲੋੜ ਪੈ ਗਈ ਸੀ, ਤੇ ਉਹ ਯਹੂਦੀਆਂ ਵਰਗੇ ਭਰੋਸੇਯੋਗ ਸਿਪਾਹੀ ਹੋਰ ਮਿਲ ਹੀ ਨਹੀਂ ਸਕਦੇ ਸਨ। ਇਸ ਖਤਰਨਾਕ ਸਮੇਂ ਦੇ ਵਿੱਚ ਵੀ ਯਹੂਦੀਆਂ ਨੂੰ ਵਧੇਰੇ ਕਰਕੇ ਡਰਾਈਵਰ, ਕੁੱਕ, ਸਫਾਈ ਸੇਵਕ ਵਜੋਂ ਕੰਮ ਦਿੱਤੇ ਜਾਂਦੇ, ਤਾਂ ਕਿ ਉਹਨਾਂ ਦੇ ਹੱਥ ਵਧੀਕ ਹਥਿਆਰ ਨਾ ਆ ਸਕਣ। ਉਹਨਾਂ ਨੂੰ ਦੇਸੀ ਕਿਹਾ ਜਾਂਦਾ, ਜਿਸ ਦਾ ਮਤਲਬ ਹੁੰਦਾ ਮਾਮੂਲੀ ਤਨਖਾਹ, ਘਟੀਆ ਖਾਣਾ। ਇਜ਼ਰਾਈਲ ਆਜ਼ਾਦ ਹੋਇਆ ਤਾਂ ਜਰਮਨੀ ਨੇ ਰਾਲਫ ਪਾਲ ਨੂੰ ਆਪਣਾ ਰਾਜਦੂਤ ਚੋਂ ਨਿਯੁਕਤ ਕਰ ਲਿਆ। ਗੋਲਡਾ ਨਹੀਂ ਚਾਹੁੰਦੀ ਸੀ ਅਜਿਹਾ ਬੰਦਾ ਰਾਜਦੂਤ ਵਜੋਂ ਆਵੇ ਜਿਸ ਨੇ ਯੁੱਧ ਦੇ ਵਿੱਚ ਹਿੱਸਾ ਲਿਆ ਹੋਵੇ, ਪਰ ਪਾਲ ਨਾ ਸਿਰਫ ਸੈਨਾ ਦੇ ਵਿੱਚ ਲੜਿਆ ਸੀ, ਸਗੋਂ ਯੁੱਧ ਦੇ ਵਿੱਚ ਉਸਦੀ ਇੱਕ ਬਾਂਹ ਵੀ ਕੱਟੀ ਗਈ ਸੀ। ਪਰ ਜਰਮਨੀ ਵਜੀਦ ਸੀ ਕਿ ਉਹੀ ਰਾਜਦੂਤ ਹੋਵੇਗਾ, ਕੋਈ ਹੋਰ ਨਹੀਂ। ਜਦੋਂ ਇਜ਼ਰਾਈਲ ਦੇ ਵਿੱਚ ਆ ਕੇ ਉਸਨੇ ਦਫ਼ਤਰ ਹਾਜ਼ਰੀ ਲਾਈ, ਯਹੂਦੀਆਂ ਨੇ ਉਸ ਵਿਰੁੱਧ ਭਾਰੀ ਵਿਖਾਵੇ ਕੀਤੇ, ਜਲੂਸ ਕੱਢੇ। ਰਾਜਦੂਤ ਗੋਲਡਾ ਨੂੰ ਮਿਲਣ ਵਾਸਤੇ ਆਇਆ ਤਾਂ ਗੋਲਡਾ ਨੇ ਕਿਹਾ, ਇੱਥੇ ਇੱਕ ਵੀ ਪਰਿਵਾਰ ਅਜਿਹਾ ਨਹੀਂ ਜਿਹੜਾ ਨਾਜ਼ੀਆਂ ਦੇ ਕਹਿਰ ਤੋਂ ਬਚਿਆ ਹੋਵੇ। ਬੱਚਿਆਂ ਨੂੰ ਕਿਵੇਂ ਕੋਹ ਕੇ ਮਾਰਿਆ ਗਿਆ, ਕਿਵੇਂ ਥੋਕ ਦੇ ਵਿੱਚ ਮਨੁੱਖੀ ਜਿਸਮ ਸਾੜੇ ਗਏ, ਕਿਵੇਂ ਮਨੁੱਖਾਂ ਉੱਪਰ ਵਿਗਿਆਨਕ ਤਜਰਬੇ ਕੀਤੇ ਗਏ, ਇਹ ਲੋਕ ਸੁਪਨੇ ਦੇ ਵਿੱਚ ਚੀਕਾਂ ਮਾਰਦੇ ਨੇ। ਡਾਈਨਿੰਗ ਟੇਬਲ ਉੱਪਰ ਖਾਣਾ ਪਰੋਸਦੀ ਕਿਸੇ ਵੇਟਰ ਔਰਤ ਦੇ ਬਾਜੂ ਉੱਪਰ 60 ਲੱਖ ਦੀ ਗਿਣਤੀ ਖੂਨੀ ਦੇਖ ਕੇ ਤੂੰ ਕੀ ਸੋਚੇਗਾ? ਤੈਨੂੰ ਪਤਾ ਹੈ ਨਾ ਹਿਟਲਰ ਨੇ 60 ਲੱਖ ਯਹੂਦੀ ਮਾਰੇ ਹੈ। ਪਾਲ ਨੇ ਕਿਹਾ, ਇੱਥੇ ਰਾਜਧਾਨੀ ਦੇ ਵਿੱਚ ਜਿਹੜਾ 60 ਲੱਖ ਸ਼ਹੀਦਾਂ ਦੀ ਯਾਦਗਾਰ ਦਾ ਸਮਾਰਕ ਹੈ, ਪਹਿਲਾਂ ਮੈਂ ਉੱਥੇ ਜ਼ਿਆਰਤ ਕਰਕੇ ਫਿਰ ਤੁਹਾਡੇ ਕੋਲ ਆਇਆ। ਜਿਹੜਾ ਜਰਮਨ ਇਜ਼ਰਾਈਲ ਆਇਆ ਕਰੇਗਾ, ਮੈਂ ਉਸ ਨੂੰ ਕਿਹਾ ਕਰਾਂਗਾ, ਪਹਿਲਾਂ ਸ਼ਹੀਦਾਂ ਦੀ ਯਾਦਗਾਰ ਦੀ ਜ਼ਿਆਰਤ ਕਰਕੇ ਆ। ਪਾਲ ਜਿੰਨਾ ਚਿਰ ਇਜ਼ਰਾਈਲ ਦੇ ਵਿੱਚ ਰਿਹਾ, ਵਾਅਦਾ ਨਿਭਾਇਆ। ਜਦੋਂ ਇਜ਼ਰਾਈਲ ਨੇ ਅਰਬਾਂ ਖਿਲਾਫ 6 ਦਿਨਾਂ ਦੀ ਜੰਗ ਜਿੱਤ ਲਈ ਤਾਂ ਰੂਸ ਨੇ ਯੂਗੋਸਲਾਵੀਆ ਰਾਹੀਂ UNO ਦੇ ਵਿੱਚ ਮਤਾ ਪੇਸ਼ ਕਰ ਦਿੱਤਾ
ਕਿ ਇਜ਼ਰਾਈਲ ਜਿੱਤੇ ਹੋਏ ਇਲਾਕੇ ਅਰਬਾਂ ਨੂੰ ਵਾਪਸ ਕਰ ਦੇਵੇ। ਫਰਾਂਸ ਇਸ ਮਤੇ ਦੇ ਹੱਕ ਦੇ ਵਿੱਚ ਸੀ ਤੇ ਫ੍ਰੈਂਚ ਜਿਹੜੇ ਬੋਲਦੇ ਅਮਰੀਕੀ ਦੇਸ਼ਾਂ ਉੱਪਰ ਦਬਾਅ ਪਾ ਰਿਹਾ ਸੀ ਕਿ ਮਤੇ ਦੀ ਹਮਾਇਤ ਕਰਨ। ਇਜ਼ਰਾਈਲੀ ਖੂਫੀਆ ਗਾਰਦ ਨੇ 1960 ਦੇ ਵਿੱਚ ਅਰਜਨਟਾਈਨਾ ਦੇ ਵਿੱਚ ਛੁਪੇ ਆਈ ਖਮੈਨ ਨੂੰ ਫੜ ਕੇ ਜਿਹੜਾ ਸੀ ਇਜ਼ਰਾਈਲ ਪਹੁੰਚਾ ਦਿੱਤਾ। ਇਹ ਉਹੀ ਬੰਦਾ ਸੀ ਜਿਸ ਨੇ ਗੈਸ ਚੈਂਬਰਾਂ ਦੇ ਵਿੱਚ ਅਗਨ ਕੁੰਡਾਂ ਦੇ ਵਿੱਚ 60 ਲੱਖ ਯਹੂਦੀ ਮਾਰੇ। ਅਰਜਨਟਾਈਨਾ ਨੇ ਇਜ਼ਰਾਈਲ ਸਟੇਟ ਦੀ ਇਸ ਗੁੰਡਾਗਰਦੀ ਦੇ ਖਿਲਾਫ UNO ਦੇ ਵਿੱਚ ਸ਼ਿਕਾਇਤ ਦਰਜ ਕਰਵਾਈ। ਗੋਲਡਾ ਇਸ ਕੇਸ ਦੀ ਪੈਰਵਾਈ ਕਰਨ ਲੱਗ ਗਈ। ਇਸ ਨਿਊਰਮਬਰਗ ਮੁਕੱਦਮੇ ਦੀ ਕਾਰਵਾਈ ਦੇ ਦੌਰਾਨ ਆਈ ਖਮੈਨ ਦੇ ਵਕੀਲ ਵਿਸ ਲਿਸਨੀ ਨੇ ਇਹ ਬਿਆਨ ਦਰਜ ਕਰਵਾਇਆ ਕਿ 1940 ਦੇ ਵਿੱਚ ਜਰਮਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕਬਜ਼ੇ ਦੇ ਵਿੱਚ ਆਏ ਯੂਰਪ ਦੇ ਸਾਰੇ ਦੇਸ਼ਾਂ ਦੇ ਯਹੂਦੀ ਇੱਕ ਥਾਂ ਇਕੱਠੇ ਕੀਤੇ ਜਾਣ। ਪੋਲੈਂਡ ਤਸੀਹਾ ਕੈਂਪਾਂ ਦਾ ਕੇਂਦਰ ਬਣਿਆ ਜਿੱਥੇ 1942 ਤੱਕ ਬੇਸ਼ੁਮਾਰ ਯਹੂਦੀ ਕੰਡਿਆਲੀ ਤਾਰ ਦੀ ਵਲਗਨ ਦੇ ਵਿੱਚ ਘਿਰ ਗਏ। ਫਿਰ ਯਹੂਦੀ ਮਸਲੇ ਦਾ ਅੰਤਮ ਹੱਲ ਜਿਹੜਾ ਸੀ ਫਾਈਨਲ ਸੋਲਿਊਸ਼ਨ ਸ਼ੁਰੂ ਹੋਇਆ ਜਿਸ ਦੇ ਤਹਿਤ ਯਹੂਦੀਆਂ ਦਾ ਬੀਜ ਨਾਸ ਕਰਨਾ ਸੀ। ਅੰਤਿਮ ਹੱਲ ਦਾ ਦੌਰ 1944 ਤੱਕ ਚੱਲਿਆ ਤੇ ਅਕਤੂਬਰ 1945 ਦੇ ਵਿੱਚ ਖਤਮ ਹੋਇਆ। ਹਿਮਲਰ ਨੂੰ ਪੁੱਛਿਆ ਗਿਆ ਸੈਕਸ਼ਨ 4A ਤਹਿਤ ਕੀ ਹੁਕਮ ਸੀ। ਉਸਨੇ ਦੱਸਿਆ ਹਾਂ, ਅੰਤਿਮ ਹੱਲ ਮਤਲਬ ਯਹੂਦੀਆਂ ਦਾ ਮੁਕੰਮਲ ਸਫਾਇਆ ਸੀ। ਇਸ ਅੰਤਿਮ ਹੱਲ ਦੇ ਦੌਰਾਨ ਜਰਮਨੀ, ਫਰਾਂਸ, ਬੈਲਜੀਅਮ, ਹਾਲੈਂਡ, ਪੋਲੈਂਡ, ਲਕਸਮਬਰਗ, ਸੋਵੀਅਤ ਦੇਸ਼, ਹੰਗਰੀ, ਯੂਗੋਸਲਾਵੀਆ, ਯੂਨਾਨ, ਇਟਲੀ, ਚੈਕੋਸਲੋਵਾਕੀਆ, ਆਸਟਰੀਆ, ਰੋਮਾਨੀਆ ਤੇ ਬਲਗਾਰੀਆ ਦੇਸ਼ਾਂ ਦੇ 60 ਲੱਖ ਯਹੂਦੀ ਕਤਲ ਕੀਤੇ। ਇਹਨਾਂ ਦੇ ਵਿੱਚ ਵੱਖ-ਵੱਖ ਰੰਗਾਂ ਸੁਗੰਧੀਆਂ ਦੀਆਂ 30,000 ਕੌਮੀਅਤਾਂ ਖਤਮ ਹੋਈਆਂ ਜਿਨ੍ਹਾਂ ਨੇ ਆਰਟ, ਸਾਹਿਤ, ਵਿਗਿਆਨ ਦੇ ਖੇਤਰ ਦੇ ਵਿੱਚ ਦੁਨੀਆ ਨੂੰ ਦੇਵ ਕੱਦ ਸ਼ਖਸ ਦਿੱਤੇ ਸਨ। ਇਹਨਾਂ ਦੇ ਵਿੱਚ 10 ਲੱਖ ਬੱਚੇ ਸਨ। ਦੁਨੀਆ ਦਾ ਭਵਿੱਖ, ਇਹ ਭਵਿੱਖ ਖਤਮ ਹੋਇਆ। 15 ਸਾਲ ਜਾਲੀ ਪਾਸਪੋਰਟ ਤੇ ਆਈ ਖਮੈਨ ਗੈਰ ਕਾਨੂੰਨੀ ਢੰਗ ਦੇ ਨਾਲ ਵੱਖ-ਵੱਖ ਦੇਸ਼ਾਂ ਦੇ ਵਿੱਚ ਰਹਿੰਦਾ ਰਿਹਾ। ਇਸ ਦੇ ਵਿਰੁੱਧ ਕੋਈ ਤੂਫਾਨ ਨਹੀਂ ਉੱਠਿਆ। ਅਰਜਨਟਾਈਨਾ ਨੂੰ ਇੰਤਜ਼ਾਰ ਸੀ ਕਿ ਲੱਭ ਕੇ ਯਹੂਦੀਆਂ ਨੇ ਉਸ ਨੂੰ ਫੜਿਆ ਕਿਉਂ। ਉਹ ਉਸ ਦੇਸ਼ ਦੇ ਵਿੱਚ ਪੁੱਜ ਗਿਆ ਜਿੱਥੇ 60 ਲੱਖ ਯਹੂਦੀ ਪੁੱਜਣਾ ਚਾਹੁੰਦੇ ਸਨ, ਪਰ ਕਬਰਸਤਾਨ ਦੇ ਵਿੱਚ ਇਹ ਗੀਤ ਗਾਉਂਦੇ-ਗਾਉਂਦੇ ਪੁੱਜੇ। ਸਾਡਾ ਵਿਸ਼ਵਾਸ ਹੈ ਕਿ ਮਸੀਹਾ ਆਏਗਾ। ਦੁਨੀਆ ਨੂੰ ਖਤਰਾ ਆਜ਼ਾਦ ਘੁੰਮਦੇ ਆਈ ਖਮਾਨ ਤੋਂ ਸੀ ਕਿ ਗ੍ਰਿਫਤਾਰ ਕੀਤੇ ਗਏ ਖੁੰਖਾਰ ਕਾਤਲ ਤੋਂ 1 ਲੱਖ ਬਚ ਗਏ ਯਹੂਦੀ ਇੱਕਦਮ ਯੂਰਪ ਦੇ ਵਿੱਚੋਂ ਫਲਸਤੀਨ ਦੇ ਵਿੱਚ ਆਉਣਾ ਚਾਹੁੰਦੇ ਸਨ। ਜੰਗ ਖਤਮ ਹੋਣ ਪਿੱਛੋਂ ਬਰਤਾਨੀਆ 'ਚ ਐਂਟਲੀ ਦੀ ਲੇਬਰ ਸਰਕਾਰ ਤਾਕਤ ਦੇ ਵਿੱਚ ਆਉਂਦੀ ਹੈ। ਲੱਗਦਾ ਸੀ ਇਹ ਦੁਖੀਆਂ ਦੀ ਬਾਂਹ ਫੜੇਗੀ, ਪਰ ਵਿਅਰਥ। ਜਦੋਂ ਯਹੂਦੀਆਂ ਦਾ ਦਬਾਅ ਬਹੁਤ ਵੱਧ ਗਿਆ ਤੇ ਐਂਟਲੀ ਨੇ ਅਮਰੀਕਾ ਦੀ ਸਲਾਹ ਮੰਗੀ, ਐਂਗਲੋ ਅਮਰੀਕਨ ਕਮੇਟੀ ਦਾ ਗਠਨ ਹੋ ਗਿਆ। ਇਸ ਕਮੇਟੀ ਨੇ ਕੰਮ ਕਰਨਾ ਸ਼ੁਰੂ ਹੀ ਕੀਤਾ ਸੀ ਕਿ ਇਟਲੀ ਨੇ 1014 ਯਹੂਦੀਆਂ ਨੂੰ ਫਲਸਤੀਨ ਲਿਆਂਦਾ ਸਮੁੰਦਰੀ ਜਹਾਜ਼ ਘੇਰ ਲਿਆ ਜਿਹੜਾ ਉਹਨਾਂ ਨੂੰ ਲੈ ਕੇ ਆ ਰਿਹਾ ਸੀ। ਇਹ ਨਜਾਇਜ਼ ਘੁਸਪੈਠ ਕਰ ਰਿਹਾ ਹੈ। ਯਾਤਰੀਆਂ ਨੇ ਭੁੱਖ ਹੜਤਾਲ ਕਰਤੀ। ਇੱਧਰ ਇਟਲੀ ਦੀ ਗੁੰਡਾਗਰਦੀ ਵਿਰੁੱਧ ਫਲਸਤੀਨੀ ਯਹੂਦੀਆਂ ਨੇ ਭੁੱਖ ਹੜਤਾਲ ਕਰਤੀ। ਗੋਲਡਾ ਬਰਤਾਨੀਆ ਦੇ ਫਲਸਤੀਨ ਦੇ ਵਿੱਚ ਤੈਨਾਤ ਚੀਫ ਸਕੱਤਰ ਨੂੰ ਮਿਲੀ ਤੇ ਕਿਹਾ, ਸ਼੍ਰੀਮਾਨ, ਬਰਤਾਨੀਆ ਸਰਕਾਰ ਨੂੰ ਦੱਸੋ ਅਸੀਂ ਉਦੋਂ ਤੱਕ ਖਾਣਾ ਨਹੀਂ ਖਾਵਾਂਗੇ ਜਦੋਂ ਤੱਕ ਗ੍ਰਿਫਤਾਰ ਜਹਾਜ਼ ਫਲਸਤੀਨ ਨਹੀਂ ਪੁੱਜ ਜਾਂਦਾ। ਸਕੱਤਰ ਨੇ ਕਿਹਾ, ਗੋਲਡਾ, ਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਵਰਤ ਸਦਕਾ ਹਿਜ਼ ਮੈਜੈਸਟੀ ਦੀ ਸਰਕਾਰ ਆਪਣੀ ਨੀਤੀ ਬਦਲ ਲਏਗੀ? ਗੋਲਡਾ ਨੇ ਕਿਹਾ, ਨਹੀਂ, ਮੈਨੂੰ ਕੋਈ ਗਲਤਫਹਿਮੀ ਨਹੀਂ। 60 ਲੱਖ ਕਤਲਾਂ ਤੋਂ ਬਾਅਦ ਨੀਤੀ ਨਹੀਂ ਬਦਲੀ ਤਾਂ ਮੇਰੇ ਵਰਤ ਦੇ ਨਾਲ ਕਿਵੇਂ ਬਦਲ ਜਾਵੇਗੀ ਇੱਕ ਦੇ ਨਾਲ? ਪਰ ਮੈਂ ਸਾਬਤ ਕਰਨਾ ਹੈ ਕਿ ਮੈਂ ਯਹੂਦੀਆਂ ਦੇ ਹੱਕ ਦੇ ਵਿੱਚ ਹਾਂ। ਸਾਨੂੰ ਮਾਰਨ ਦੇ ਲਈ ਫੌਜ ਭੇਜੋ। ਉਹੀ ਹੋਇਆ। 1 ਲੱਖ ਅੰਗਰੇਜ਼ ਫੌਜੀ ਤੇ 2000 ਪੁਲਸੀਏ ਯਹੂਦੀਆਂ ਦੀ ਬਗਾਵਤ ਦਬਾਉਣ ਦੇ ਲਈ ਫਲਸਤੀਨ ਪੁੱਜ ਗਏ। ਤੰਬੂਆਂ ਦੇ ਵਿੱਚ ਦਿਨ ਕੱਟੀ ਕਰਦੇ ਰਫਿਊਜੀ ਘੇਰ ਲਏ ਗਏ। 3000 ਲੀਡਰ ਗ੍ਰਿਫਤਾਰ ਕਰ ਲਏ। ਇਸ ਸਖਤੀ ਦਾ ਮਤਲਬ ਸਦਾ ਦੇ ਲਈ ਯਹੂਦੀਆਂ ਨੂੰ ਫਲਸਤੀਨ ਆਉਣੋਂ ਰੋਕਣਾ ਸੀ। ਜਿਸ ਦਿਨ ਇਹ ਫੈਸਲਾ ਅਨਾਉਂਸ ਹੋਇਆ ਉਸ ਨੂੰ ਕਾਲਾ ਸ਼ਨੀਵਾਰ ਕਿਹਾ ਜਾਂਦਾ ਹੈ।
ਜਾਣੀ कि ਜਿਹੜਾ ਮਨਾਇਆ ਜਾਂਦਾ ਨਾ ਆਪਣੇ ਮੁਸਲਮਾਨ ਭਾਈਚਾਰਾ ਮਨਾਉਂਦਾ ਨਾ ਫਰਾਈਡੇ ਵਾਲਾ ਦਿਨ, ਉਸ ਨੂੰ ਕਾਲਾ ਸ਼ਨੀਵਾਰ ਕਿਹਾ ਜਾਂਦਾ ਹੈ। ਵਿਦੇਸ਼ ਦੇ ਵਿੱਚ ਹੋਣ ਕਰਕੇ ਕੇਵਲ ਗੁਰਿਓ ਬਚਿਆ ਸੀ, ਬਾਕੀ ਸਾਰੀ ਲੀਡਰਸ਼ਿਪ ਗ੍ਰਿਫਤਾਰੀ ਹੋਈ ਆ। ਰੂਸ ਦੇ ਵਿੱਚ ਜੰਮਿਆ ਡਾਕਟਰ ਵਿਜ਼ਮੈਨ ਦੁਨੀਆ ਭਰ ਦੇ ਯਹੂਦੀਆਂ ਦਾ ਅਣਐਲਾਨਿਆ ਬਾਦਸ਼ਾਹ ਸੀ। ਉਹ ਜਿਹੜਾ ਸੀ ਜੁਮੇਰਾਤ ਕਹਿੰਦੇ ਨੇ ਮੇਰੇ ਖਿਆਲ ਨਾਲ, ਚੇਤੇ ਆ ਗਿਆ ਮੈਨੂੰ, ਬਾਕੀ ਤੁਸੀਂ ਦੁਰਸਤ ਕਰਾ ਦਿਓ ਜੀ ਜੇ ਗਲਤ ਹੋਵੇ ਤਾਂ। ਜਿਹੜਾ ਕਾਲਾ ਸ਼ਨੀਵਾਰ ਕਹਿੰਦੇ ਨੇ, ਰੂਸ ਦੇ ਵਿੱਚ ਜੰਮਿਆ ਡਾਕਟਰ ਵਿਜ਼ਮੈਨ ਦੁਨੀਆ ਭਰ ਦੇ ਯਹੂਦੀਆਂ ਦਾ ਅਣਐਲਾਨਿਆ ਬਾਦਸ਼ਾਹ ਸੀ। ਉਹ ਵਿਗਿਆਨੀ ਸੀ ਤੇ ਲੰਮਾ ਸਮਾਂ ਇੰਗਲੈਂਡ ਦੇ ਵਿੱਚ ਬਿਤਾ ਕੇ ਫਲਸਤੀਨ ਦੇ ਵਿੱਚ ਵਸ ਗਿਆ। ਜਿਊਨਿਸਟ ਜਿਹੜੇ ਸਨ ਲਹਿਰ ਦਾ ਪ੍ਰਧਾਨ ਸੀ, ਧੀਮੀ ਗਤੀ ਦੇ ਵਿੱਚ ਚੱਲਦਾ ਸੀ, ਜਿਸ ਕਰਕੇ ਤੇਜ਼ ਚਾਲ ਚੱਲਦੇ ਗੁਰਿਓ ਨੂੰ ਇਹ ਪਸੰਦ ਨਹੀਂ ਸੀ। ਵਿਜ਼ਮੈਨ ਦੇ ਅਨੁਸਾਰ ਦੇਰ ਦੇ ਨਾਲ ਸਹੀ ਅੰਗਰੇਜ਼ਾਂ ਨੂੰ ਅਕਲ ਆਏਗੀ। ਗੁਰਿਓ ਆਖਦਾ ਹੁੰਦਾ ਕਿ ਬੜਾ ਅਜ਼ਮਾ ਲਿਆ, ਹੁਣ ਬਸ ਕਰੀਏ ਤੇ ਯੁੱਧ ਦਾ ਬਿਗਲ ਵਜਾਈਏ। ਟਕਰਾਓ ਦੇ ਵਿੱਚੋਂ ਵਿਜ਼ਮੈਨ ਆਊਟ ਹੋ ਗਿਆ ਤੇ ਗੁਰਿਓ ਹੱਥ ਗੁਲਾਮ ਫਲਸਤੀਨ ਆ ਗਿਆ। ਤਾਂ ਵੀ ਵਿਜ਼ਮੈਨ ਦਾ ਆਦਰ ਘਟਿਆ ਨਹੀਂ। ਜਦੋਂ 1948 ਦੇ ਵਿੱਚ ਅੰਤਿਮ ਫੈਸਲੇ ਦੀ ਘੜੀ ਆਈ ਤੇ ਯਹੂਦੀਆਂ ਨੇ ਅਮਰੀਕਾ ਤੋਂ ਮਦਦ ਮੰਗ ਲਈ, ਉਦੋਂ ਅਮਰੀਕਨ ਰਾਸ਼ਟਰਪਤੀ ਟਰੂਮੈਨ ਜੇ ਕਿਸੇ ਦੇ ਨਾਲ ਗੱਲ ਕਰਨ ਦੇ ਲਈ ਤਿਆਰ ਹੋਇਆ ਆਖਰ ਤਾਂ ਕੇਵਲ ਵਿਜ਼ਮੈਨ ਦੇ ਨਾਲ ਹੀ ਸੀ। ਟਰੂਮੈਨ ਉਸ ਦੀ ਪੂਰੀ ਇੱਜ਼ਤ ਬਤੌਰ ਵਿਗਿਆਨੀ ਕਰਦਾ ਸੀ। ਵਿਜ਼ਮੈਨ ਦਾ ਬੇਟਾ ਯੁੱਧ ਦੇ ਵਿੱਚ ਸ਼ਹੀਦ ਹੋ ਗਿਆ ਸੀ। ਜਦੋਂ ਟਰੂਮੈਨ ਦੇ ਨਾਲ ਗੱਲ ਕਰਨ ਗਿਆ ਤਾਂ ਉਦੋਂ ਵਿਜ਼ਮੈਨ ਦੀਆਂ ਅੱਖਾਂ 100% ਜਵਾਬ ਦੇ ਗਈਆਂ ਸਨ ਤੇ ਅਮਰੀਕਾ ਨੇ ਫੈਸਲਾ ਕੀਤਾ ਕਿ 14 ਮਈ 1948 ਦੇ ਦਿਨ ਇਜ਼ਰਾਈਲ ਦੀ ਆਜ਼ਾਦੀ ਨੂੰ ਮਾਨਤਾ ਦੇਣੀ ਹੈ। ਤਦ ਗੁਰਿਓ ਜਾਣਦਾ ਸੀ ਕਿ ਨਵੇਂ ਦੇਸ਼ ਦਾ ਰਾਸ਼ਟਰਪਤੀ ਡਾਕਟਰ ਵਿਜ਼ਮੈਨ ਤੋਂ ਬਿਨਾਂ ਹੋਰ ਕੋਈ ਹੋ ਹੀ ਨਹੀਂ ਸਕਦਾ। 1946-47 ਦੇ ਸਾਲ ਖਤਰਨਾਕ ਸਨ। ਯਹੂਦੀ ਰਫਿਊਜੀ ਜਾਨਾਂ ਬਚਾ ਕੇ ਧੜਾ ਧੜ ਫਲਸਤੀਨ ਦੇ ਵਿੱਚ ਆ ਰਹੇ ਨੇ। ਬਰਤਾਨਵੀ ਸੈਨਿਕ ਕੋਟੇ ਤੋਂ ਜਿਹੜਾ ਸੀ ਵਧੀਕ ਬੰਦਿਆਂ ਨੂੰ ਰੋਕ ਰਹੇ ਸਨ, ਜਿਹੜਾ ਕੋਟਾ ਰੱਖਿਆ ਸੀ। ਫਲਸਰੂਪ ਜੰਗੀ ਝੜਪਾਂ ਹੋਣ ਲੱਗ ਗਈਆਂ। ਉਹਨਾਂ ਨੂੰ ਮਨਮਰਜ਼ੀ ਦੇ ਥਾਂ ਦੇ ਉੱਤੇ ਵਸਣੋਂ ਕਿਉਂ ਰੋਕਿਆ ਜਾਵੇ? ਉਹੀ ਅੰਗਰੇਜ਼ ਜਿਨ੍ਹਾਂ ਨੇ ਯਹੂਦੀਆਂ ਨੂੰ ਨਾਜ਼ੀ ਕੈਂਪਾਂ ਦੇ ਵਿੱਚੋਂ ਆਜ਼ਾਦ ਕਰਵਾਇਆ, ਹੁਣ ਖੁਦ ਸਾਈਪਰਸ ਦੇ ਵਿੱਚ ਕੰਡਿਆਲੀ ਤਾਰ ਅੰਦਰ ਉਹਨਾਂ ਨੂੰ ਬੰਦੀ ਬਣਾਏ ਬੈਠੇ ਸਨ, ਕਿਉਂਕਿ ਫਲਸਤੀਨ ਤੋਂ ਇਲਾਵਾ ਉਹਨਾਂ ਵਾਸਤੇ ਰਹਿਣ ਦੇ ਲਈ ਕੋਈ ਥਾਂ ਹੀ ਨਹੀਂ ਸੀ ਬਚੀ। ਕੁੱਲ 40,000 ਬੰਦੀ ਘਿਰੇ ਬੈਠੇ ਸਨ। ਹਰ ਮਹੀਨੇ ਕੇਵਲ 1500 ਫਲਸਤੀਨ ਜਾਣਗੇ, ਇਹੋ ਹੀ ਕੋਟਾ ਨਿਸ਼ਚਿਤ ਹੈ। ਡਾਕਟਰਾਂ ਨੇ ਦੱਸ ਦਿੱਤਾ ਸੀ ਕਿ ਆਗਾਮੀ ਸਰਦੀਆਂ ਦੇ ਵਿੱਚ ਹਜ਼ਾਰਾਂ ਬੱਚੇ ਮੌਤ ਦੇ ਮੂੰਹ ਦੇ ਵਿੱਚ ਚਲੇ ਜਾਣਗੇ। ਸਿਰ ਤੋੜ ਯਤਨ ਕਰਕੇ ਬਰਤਾਨੀਆ ਨੂੰ ਮਨਾ ਲਿਆ ਗਿਆ ਕਿ ਯਤੀਮ ਬੱਚੇ ਵਾਰੀ ਤੋਂ ਪਹਿਲਾਂ ਆਜ਼ਾਦ ਕਰ ਦਿੱਤੇ ਜਾਣ ਭਾਈ, ਪਰ ਕੁਝ ਬੱਚੇ ਨਾਰਾਜ਼ ਵੀ ਹੋਏ। ਸਾਨੂੰ ਇਸ ਦੇ ਲਈ ਰੁਕਣਾ ਪਏਗਾ ਕਿਉਂਕਿ ਸਾਡਾ ਇਹ ਕਸੂਰ ਹੈ, ਸਾਡੇ ਮਾਪੇ ਜਿਉਂਦੇ ਨੇ। ਉਹਨਾਂ ਨੇ ਸਵਾਲ ਖੜਾ ਕਰ ਦਿੱਤਾ ਬੱਚਿਆਂ ਨੇ। ਕੈਂਪ ਦੇ ਵਿੱਚ ਘਾਹ ਬੂਟ ਦਾ ਨਾਮ ਨਿਸ਼ਾਨ ਨਹੀਂ ਸੀ। ਜਦੋਂ ਗੋਲਡਾ ਕੈਂਪ ਦਾ ਦੌਰਾ ਕਰਨ ਆਈ ਤੇ ਨਿੱਕੇ ਨਿੱਕੇ ਬੱਚਿਆਂ ਨੇ ਆਪ ਬਣਾ ਕੇ ਕਾਗਜ਼ੀ ਗੁਲਦਸਤਾ ਭੇਂਟ ਕੀਤਾ ਉਹਨੂੰ। ਅਸਲੀ ਫੁੱਲ ਇਹਨਾਂ ਨੇ ਅਜੇ ਦੇਖਿਆ ਹੀ ਨਹੀਂ ਸਨ। ਇੱਕ ਸੁਨੱਖੀ ਜਵਾਨ ਰੇਡੀਓ ਆਪਰੇਟਰ ਕੁੜੀ ਮਿਲੀ ਜੋ ਆਖਰ ਕੈਂਪ ਦੇ ਵਿੱਚੋਂ ਰਿਹਾ ਹੋਈ ਤੇ ਬੱਚਿਆਂ ਦੀ ਮਨੋਰੋਗ ਮਾਹਿਰ ਡਾਕਟਰ ਬਣ ਗਈ। ਬਾਅਦ ਦੇ ਵਿੱਚ ਇਹ ਕੁੜੀ ਗੋਲਡਾ ਦੀ ਨੂੰਹ ਬਣ ਗਈ। ਇੱਕ ਹੋਰ ਮੁਸ਼ਕਲ ਆਈ। ਯਤੀਮ ਬੱਚੇ ਰਿਹਾ ਹੋਣ ਲੱਗ ਗਏ, ਪਰ ਜਿਨ੍ਹਾਂ ਬੱਚਿਆਂ ਦੀ ਮਾਂ ਜਾਂ ਪਿਤਾ ਦੋਹਾਂ ਦੇ ਵਿੱਚੋਂ ਇੱਕ ਜਿਉਂਦਾ ਸੀ ਕਿ ਉਹ ਰਿਹਾ ਨਾ ਹੋਣ। ਕਿਵੇਂ ਰਿਹਾ ਨਾ ਹੋਣ? ਜਾਣੀ ਕਿ ਜਿਨ੍ਹਾਂ ਦੇ ਦੋਵੇਂ ਮਾਪੇ ਮਰ ਗਏ ਉਹ ਖੁਸ਼ਕਿਸਮਤ ਰਿਹਾ ਹੋ ਗਏ, ਖੁਸ਼ਕਿਸਮਤੀ ਦੇ ਨਾਲ ਹੀ ਰਿਹਾ ਹੋ ਗਏ, ਤੇ ਅੱਧੇ ਮਾਪਿਆਂ ਵਾਲੇ ਬੰਦੀ ਰਹਿਣਗੇ ਜਿਨ੍ਹਾਂ ਦਾ ਇੱਕ ਮਾਂ ਜਾਂ ਬਾਪ ਪਿਆ ਜੇ। ਦੇਰ ਦੇ ਪਿੱਛੋਂ ਸਾਈਪਰਸ ਦੇ ਕੈਂਪ ਦੇ ਵਿੱਚ ਮਰੇ 100 ਬੱਚਿਆਂ ਦੇ ਪਿੰਜਰ ਦਫਨਾਉਣ ਵਾਸਤੇ ਫਲਸਤੀਨ ਦੇ ਹਾਫੀਆ ਸ਼ਹਿਰ ਦੇ ਵਿੱਚ ਲਿਆਂਦੇ ਗਏ। ਗੋਲਡਾ ਨੇ ਕਿਹਾ ਸੀ ਕੀ ਪਤਾ ਇਹਨਾਂ ਦੇ ਵਿੱਚ ਉਹ 2 ਨਿੱਕੀਆਂ ਕੁੜੀਆਂ ਦੇ ਪਿੰਜਰ ਹੋਣ ਜਿਨ੍ਹਾਂ ਨੇ ਮੈਨੂੰ ਕਾਗਜ਼ ਦੇ ਫੁੱਲ ਅਰਪਣ ਕੀਤੇ ਸਨ। 1970 ਦੇ ਵਿੱਚ ਇੱਕ ਔਰਤ ਆਪਣੀ 20 ਸਾਲ ਦੀ ਸੁਨੱਖੀ ਧੀ ਸਣੇ ਗੋਲਡਾ ਨੂੰ ਮਿਲਣ ਆਈ। ਦੱਸਿਆ, ਇਹ ਮੇਰੀ ਕੁੱਛੜ ਵਿੱਚ ਸੀ ਉਦੋਂ ਜਦੋਂ ਸਾਈਪਰਸ ਦੇ ਵਿੱਚੋਂ ਤੁਸੀਂ ਸਾਨੂੰ ਬਚਾਇਆ। ਟ੍ਰੇਨਿੰਗ ਖਤਮ ਕਰਕੇ ਹੁਣ ਇਹ ਮਿਲਟਰੀ ਅਫਸਰ ਲੱਗ ਗਈ ਹੈ। ਅੰਗਰੇਜ਼ਾਂ ਦੀ ਹਮਦਰਦੀ ਅਰਬਾਂ ਦੇ ਨਾਲ ਸੀ। ਰਤਾ ਕੋ ਗੜਬੜ ਹੁੰਦੀ, ਅੰਗਰੇਜ਼ਾਂ ਦੇ ਟੈਂਕ ਨਿਕਲਦੇ,
ਗੋਲੀਆਂ ਦੀ ਬੁਛਾੜ ਹੁੰਦੀ, ਦਰਜਨਾਂ ਯਹੂਦੀ ਢੇਰ ਹੋ ਜਾਂਦੇ। ਅੱਕੇ ਬਰਤਾਨੀਆ ਨੇ UNO ਨੂੰ ਕਿਹਾ, ਇਹ ਰਫੜ ਸਾਥੋਂ ਹੱਲ ਨਹੀਂ ਹੁੰਦਾ ਭਾਈ, ਤੁਸੀਂ ਕੋਈ ਤਰੀਕਾ ਹੱਲ ਲੱਭੋ। ਜੂਨ ਦੇ ਵਿੱਚ UNO ਦੀ ਟੀਮ ਫਲਸਤੀਨ ਆਈ, ਜਿਸ ਨੇ 1 ਸਤੰਬਰ 1947 ਨੂੰ ਆਪਣੀ ਰਿਪੋਰਟ ਦੇਣੀ ਸੀ। ਅਰਬਾਂ ਨੇ ਇਸ ਟੀਮ ਦਾ ਬਾਈਕਾਟ ਕਰਤਾ। ਯਹੂਦੀਆਂ ਨੇ ਆਪਣਾ ਪੱਖ ਪੇਸ਼ ਕੀਤਾ। ਇਸ ਟੀਮ ਨੂੰ ਯਹੂਦੀ ਮਸਲੇ ਦਾ ਭੋਰਾ ਪਤਾ ਨਹੀਂ ਸੀ। ਸਮਝਾਉਣ ਦੇ ਵਿੱਚ ਦੇਰ ਤਾਂ ਲੱਗੀ, ਪਰ ਸਮਝ ਗਏ ਕਿ ਦੁਨੀਆ ਭਰ ਦੇ ਯਹੂਦੀ ਕੇਵਲ ਫਲਸਤੀਨ ਦੇ ਵਿੱਚ ਆ ਕੇ ਬਚ ਸਕਣਗੇ। ਇਹ ਸਾਰਾ ਸਿਲਸਿਲਾ ਅਜੇ ਚੱਲ ਹੀ ਰਿਹਾ ਸੀ ਕਿ ਬਰਤਾਨੀਅਨ ਫੌਜ ਜਿਹੜੀ ਸੀ ਉਹਨੇ 4500 ਉਹ ਯਹੂਦੀ ਪਿੰਜਰਿਆਂ ਦੇ ਵਿੱਚ ਬੰਦੀਵਾਨ ਦੇ ਇਸ ਟੀਮ ਨੂੰ ਦਿਖਾਏ, ਜਿਹੜੇ 1947 ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚੋਂ ਨਜਾਇਜ਼ ਢੰਗ ਦੇ ਨਾਲ ਫਲਸਤੀਨ ਦੇ ਵਿੱਚ ਘੁਸਪੈਠ ਕਰਕੇ ਗਏ ਤੇ ਹੁਣ ਵਾਪਸ ਭੇਜੇ ਜਾਣਗੇ। ਹੱਥਾਂ ਦੇ ਵਿੱਚ ਪਿਸਤੌਲ, ਗਰਨੇਡ ਤੇ ਬੰਦੂਕਾਂ ਫੜੀ ਅੰਗਰੇਜ਼ ਸੈਨਿਕਾਂ ਨੇ ਇਹ ਕੈਦੀ ਘੇਰੇ ਹੋਏ ਨੇ। ਗਰਭਵਤੀ ਔਰਤਾਂ ਚੀਕ ਰਹੀਆਂ ਕਿ ਉਹਨਾਂ ਦਾ ਬੱਚਾ ਫਲਸਤੀਨ ਦੇ ਵਿੱਚ ਪੈਦਾ ਹੋਏ। ਪਸ਼ੂਆਂ ਵਾਂਗ ਇਹਨਾਂ ਬੰਦੀਆਂ ਨੂੰ ਸਮੁੰਦਰੀ ਜਹਾਜ਼ਾਂ 'ਚ ਲੱਦ ਕੇ ਯੂਰਪ ਦੇ ਕਿਸੇ ਕਬਰਿਸਤਾਨ ਦੇ ਵਿੱਚ ਧੱਕੇ ਜਾਣ ਦੇ ਲਈ ਤਿਆਰੀ ਹੋ ਚੁੱਕੀ ਸੀ। ਗੋਲਡਾ ਨੇ ਇਸ ਟੀਮ ਨੂੰ ਕਿਹਾ, ਇਹਨਾਂ 4,500 ਯਹੂਦੀਆਂ ਨੂੰ ਯੂਰਪ ਦੇ ਵਿੱਚ ਲਿਜਾ ਕੇ ਦਫਨਾ ਦਿਓ, ਤਾਂ ਕਿ ਹਰ ਰੋਜ਼ ਕਿਸ਼ਤੀਆਂ ਇੱਧਰ ਆਉਣੋਂ ਹਟ ਜਾਣਗੀਆਂ। ਯਹੂਦੀਆਂ ਵਾਸਤੇ ਫਲਸਤੀਨ ਦੇ ਲਈ ਮਰਨਾ ਖੇਡ ਹੈ। ਇਹ ਖੇਡ ਚੱਲੇਗੀ, ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਇਜ਼ਰਾਈਲ ਦੀ ਸਥਾਪਨਾ ਨਹੀਂ ਹੋ ਜਾਂਦੀ। ਬੰਦੂਕਾਂ, ਤੋਪਾਂ, ਜਹਾਜ਼ਾਂ ਤੇ ਹਮਲਿਆਂ ਕਾਰਨ ਯਹੂਦੀ ਭੈਭੀਤ ਨਹੀਂ ਹੋਣਗੇ। ਅਪੀਲਾਂ ਦਲੀਲਾਂ ਦਾ ਕੋਈ ਅਸਰ ਨਹੀਂ ਹੋਇਆ। 4500 ਬੰਦਿਆਂ ਵਾਲਾ ਜਹਾਜ਼ ਜਰਮਨੀ ਦੇ ਵੱਲ ਰਵਾਨਾ ਹੋ ਗਿਆ। 31 ਅਗਸਤ ਨੂੰ UNO ਦੀ ਟੀਮ ਨੇ ਜਨੇਵਾ ਦੇ ਵਿੱਚ ਰਿਪੋਰਟ ਦੇ ਦਿੱਤੀ, ਜਿਸ ਦੇ ਅਨੁਸਾਰ ਫਲਸਤੀਨ ਦੇ 2 ਟੋਟੇ ਕਰ ਦਿੱਤੇ ਜਾਣ, ਇੱਕ ਪਾਸੇ ਇਜ਼ਰਾਈਲ, ਦੂਜੇ ਪਾਸੇ ਫਲਸਤੀਨ। ਜਿਵੇਂ ਹੋਣਾ ਹੀ ਸੀ। ਯਹੂਦੀ ਮੰਨ ਗਏ, ਅਰਬ ਅੜ ਗਏ। ਅਰਬਾਂ ਨੇ ਕਿਹਾ, ਪੂਰਾ ਫਲਸਤੀਨ ਅਰਬਾਂ ਨੂੰ ਦੇ ਦਿਓ। ਅਜਿਹਾ ਨਹੀਂ ਹੁੰਦਾ ਤਾਂ ਯੁੱਧ ਦੇ ਲਈ ਤਿਆਰ ਰਹੋ। ਫਿਰ ਅੰਗਰੇਜ਼ਾਂ ਨੇ ਕਹਿ ਦਿੱਤਾ, ਜੇ ਦੋਵੇਂ ਧਿਰਾਂ ਨਹੀਂ ਮੰਨਦੀਆਂ ਤਾਂ ਜਿਵੇਂ ਹੈ ਤਿਵੇਂ ਰਹਿਣ ਦਿਓ। ਫਿਰ ਯਹੂਦੀਆਂ ਵਿਰੁੱਧ ਅੰਗਰੇਜ਼ਾਂ ਦੀ ਜ਼ਾਲਮ ਨੀਤੀ ਸਪਸ਼ਟ ਦਿਸ ਗਈ। ਗੋਲਡਾ ਨੇ ਕਿਹਾ, ਅਸੀਂ ਜੇਰੂਸ਼ਲਮ ਬਗੈਰ ਕੋਈ ਇਲਾਕਾ ਨਹੀਂ ਲਵਾਂਗੇ। ਨਾਲੇ ਇਸ ਲਕੀਰ ਦੇ ਵਿੱਚ ਗੈਲੀਲੀ ਅਰਬਾਂ ਵਾਲੇ ਪਾਸੇ ਹੈ। ਅਸੀਂ ਗਲੀਲੀ ਤੋਂ ਹੱਕ ਨਹੀਂ ਛੱਡਾਂਗੇ। ਤੇ ਇੱਕ ਪਾਸੇ ਜਿਹੜਾ ਜੋ ਕਹਿੰਦੇ ਨੇ ਜੀ ਕਮਿਊਨਿਸਟਾਂ ਨੂੰ, ਮਤਲਬ ਕਿ ਉਹ ਪਸੰਦ ਨਹੀਂ ਕਰਦੇ ਤੇ ਉਹਦੇ ਤੇ ਉੱਤੇ ਆਪਣਾ ਦਾਅਵਾ ਵੀ ਕਰਦੇ ਨੇ। ਕਹਿੰਦੇ ਅਸੀਂ ਗਲੀਲੀ ਤੋਂ ਹੱਕ ਨਹੀਂ ਛੱਡਾਂਗੇ। ਸਾਡੇ ਪਾਸੇ ਵਾਲੇ ਇਜ਼ਰਾਈਲ ਦੇ ਵਿੱਚ 5 ਲੱਖ ਮੁਸਲਮਾਨਾਂ ਦੀ ਆਬਾਦੀ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਇੱਕ ਵੀ ਬੰਦੇ ਉੱਪਰ ਇਸ ਕਰਕੇ ਜਾਤੀ ਨਹੀਂ ਹੋਵੇਗੀ ਕਿ ਉਹ ਮੁਸਲਮਾਨ ਹੈ। ਮੱਧ ਏਸ਼ੀਆ ਦੇ ਵਿੱਚ ਅਮਨ ਦੀ ਗਰੰਟੀ ਹੋਵੇਗੀ, ਸ਼ਾਨਦਾਰ ਭਵਿੱਖ ਹੋਵੇਗਾ। 29 ਨਵੰਬਰ ਨਿਊਯਾਰਕ ਦੇ ਵਿੱਚ ਇਸ ਰਿਪੋਰਟ ਦੇ ਉੱਪਰ ਵੋਟਾਂ ਪੈਣੀਆਂ ਸਨ। ਦੁਨੀਆ ਦਾ ਹਰੇਕ ਯਹੂਦੀ ਕਾਗਜ਼, ਪੈਨਸਲ ਫੜੀ ਰੇਡੀਓ ਅੱਗੇ ਬੈਠਾ ਐਲਾਨ ਉਡੀਕ ਰਿਹਾ ਹੈ ਤੇ ਅੱਧੀ ਰਾਤ ਨੂੰ ਐਲਾਨ ਹੁੰਦਾ ਹੈ। ਅਮਰੀਕਾ, ਸੋਵੀਅਤ ਦੇਸ਼ ਸਮੇਤ 33 ਦੇਸ਼ਾਂ ਨੇ ਫਲਸਤੀਨ ਦੀ ਵੰਡ ਦਾ ਸਮਰਥਨ ਕਰ ਦਿੱਤਾ। 13 ਅਰਬ ਦੇਸ਼ਾਂ ਨੇ, ਜਿਹੜੇ 13 ਅਰਬ ਦੇਸ਼ ਸੀ, ਉਹਨਾਂ ਨੇ ਵਿਰੋਧ ਕਰਤਾ। ਬਰਤਾਨੀਆ ਦੇ ਸਮੇਤ 10 ਦੇਸ਼ ਗੈਰ ਹਾਜ਼ਰ ਹੋ ਗਏ। ਗੋਲਡਾ ਖਬਰ ਸੁਣਨ ਸਾਰ ਯਹੂਦੀ ਏਜੰਸੀ ਦੇ ਐਲਾਨ ਦੇ ਵਿੱਚ ਚਲੀ ਗਈ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਸਨ। ਹੋਰ ਆਈ ਜਾ ਰਹੇ ਨੇ, ਨੱਚ ਰਹੇ ਨੇ, ਗਾ ਰਹੇ ਨੇ। ਇੱਥੋਂ ਤੱਕ ਕਿ ਨੱਚਣ ਵਾਲਿਆਂ ਦੇ ਵਿੱਚ ਅੰਗਰੇਜ਼ ਵੀ ਸ਼ਾਮਲ ਸਨ। ਇੱਕ ਦੂਜੇ ਦੇ ਹੱਥ ਦੇ ਵਿੱਚ ਹੱਥ ਫੜੀ ਜਸ਼ਨਾਂ ਦੇ ਵਿੱਚ ਮਸ਼ਰੂਫ। ਗੋਲਡਾ ਨੂੰ ਭਾਸ਼ਣ ਦੇਣ ਦੇ ਲਈ ਕਿਹਾ ਗਿਆ। ਗੋਲਡਾ ਦਾ ਭਾਸ਼ਣ ਅਰਬਾਂ ਵੱਲ ਸੇਧਤ ਸੀ। ਭਾਈਓ, ਅਰਬਾਂ ਨੇ ਇਸ ਵੰਡ ਦੇ ਖਿਲਾਫ, ਇਜ਼ਰਾਈਲ ਦੀ ਆਜ਼ਾਦੀ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ ਹੈ। UNO ਦੇ ਮੈਂਬਰ ਦੇਸ਼ਾਂ ਦੀ ਬਹੁਗਿਣਤੀ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਸੁਣਾ ਦਿੱਤਾ ਹੈ। ਵੰਡ ਦੀ ਲਕੀਰ ਸਥਾਈ ਅਤੇ ਸਾਰਥਿਕ ਹੱਲ ਨਹੀਂ, ਪਰ ਵਡੇਰੇ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਫੈਸਲਾ ਮੰਨ ਲੈਣਾ ਚਾਹੀਦਾ ਹੈ। ਅਰਬਾਂ ਨੇ ਫੈਸਲਾ ਨਹੀਂ ਮੰਨਿਆ। ਫਲਸਰੂਪ ਅਗਲੇ ਦਿਨ ਬੱਸ ਦੇ ਵਿੱਚ ਸਫ਼ਰ ਕਰਦੇ 7 ਯਹੂਦੀ ਗੋਲੀਆਂ ਦੇ ਨਾਲ ਫੁੰਡਤੇ। ਦੰਗੇ ਸ਼ੁਰੂ ਹੋ ਗਏ। 2 ਦਸੰਬਰ ਨੂੰ ਯਰੂਸ਼ਲਮ ਦੇ ਯਹੂਦੀ ਵਪਾਰ ਕੇਂਦਰ ਨੂੰ ਅਰਬਾਂ ਦੀ ਭੀੜ ਨੇ ਅੱਗ ਲਾ ਦਿੱਤੀ। ਅੰਗਰੇਜ਼ ਸੈਨਿਕ ਖਲੋਤੇ ਤਮਾਸ਼ਾ ਦੇਖਦੇ ਰਹੇ। ਜਦੋਂ ਯਹੂਦੀਆਂ ਨੇ ਅਰਬਾਂ ਦਾ ਮੁਕਾਬਲਾ ਸ਼ੁਰੂ ਕੀਤਾ ਤਾਂ ਅੰਗਰੇਜ਼ ਸੈਨਿਕਾਂ ਨੇ ਯਹੂਦੀਆਂ ਵੱਲ ਬੰਦੂਕਾਂ ਤਾਣ ਲਈਆਂ। ਇਜ਼ਰਾਈਲ ਅਰਬਾਂ ਦੀ ਰੈਗੂਲਰ ਆਰਮੀ ਦਾ ਮੁਕਾਬਲਾ ਕਰਨ ਦੇ ਸਮਰਥ
ਨਹੀਂ ਸੀ। ਮੁਕਾਬਲੇ ਦੇ ਲਈ ਹਥਿਆਰ ਚਾਹੀਦੇ ਸਨ। ਹਥਿਆਰ ਖਰੀਦਣ ਦੇ ਲਈ ਪੈਸੇ ਚਾਹੀਦੇ ਨੇ। ਪੈਸੇ ਕੌਣ ਦੇਗਾ? ਕੇਵਲ ਧਨਾੜ ਅਮਰੀਕਨ ਯਹੂਦੀ। ਹੋਰ ਕਿਸੇ ਦੇ ਕੋਲ ਸਮਰਥਾ ਨਹੀਂ ਸੀ। ਕੌਣ ਪੈਸੇ ਮੰਗਣ ਜਾਵੇ? ਬਿਨ ਗੁਰਿਓ ਨੇ ਕਿਹਾ, ਮੈਂ ਜਾਵਾਂਗਾ। ਐਲੀਜ਼ਰ ਮੇਰੇ ਨਾਲ ਜਾਵੇਗਾ। ਗੋਲਡਾ ਨੇ ਕਿਹਾ, ਇਸ ਸੰਕਟ ਦੇ ਵਿੱਚ ਇੱਥੇ ਇਜ਼ਰਾਈਲ ਦੇ ਵਿੱਚੋਂ ਤੁਹਾਡੀ ਗੈਰ ਹਾਜ਼ਰੀ ਖਤਰਨਾਕ ਹੋਏਗੀ। ਮੈਂ ਪਹਿਲਾਂ ਵੀ ਫੰਡ ਇਕੱਠਾ ਕਰਨ ਜਾਂਦੀ ਰਹੀ ਹਾਂ। ਮੇਰੀ ਅੰਗਰੇਜ਼ੀ ਵੀ ਅਮਰੀਕਨ ਸ਼ੈਲੀ ਦੀ ਹੈ। ਜੇ ਮੈਂ ਜਾਵਾਂ ਤਾਂ ਠੀਕ ਰਹੇਗਾ। ਜੇ ਸ਼ੱਕ ਹੈ ਤਾਂ ਕਾਰਜਕਾਰਨੀ ਦੀ ਵੋਟ ਕਰਾ ਲਓ। ਕਾਰਜਕਾਰਨੀ ਨੇ ਗੋਲਡਾ ਦੇ ਹੱਕ ਦੇ ਵਿੱਚ ਵੋਟਾਂ ਦਿੱਤੀਆਂ। ਗੁਰਿਓ ਨੇ ਕਿਹਾ ਕਿ ਇੰਨਾ ਸਮਾਂ ਨਹੀਂ ਕਿ ਘਰ ਜਾਏ ਤੇ ਸਮਾਂ ਖਰਾਬ ਕਰੇ। ਹੁਣੇ ਜਹਾਜ਼ ਤੇ ਚੜ੍ਹ, ਅਮਰੀਕਾ ਜਾ। ਰੋਜ਼ਮਰਾ ਦੀਆਂ ਚੀਜ਼ਾਂ ਉੱਥੋਂ ਖਰੀਦ ਲਵੀਂ ਤੂੰ ਜਾ ਕੇ। ਗੋਲਡਾ ਅਮਰੀਕਾ ਦੇ ਲਈ ਉੱਡ ਗਈ। 21 ਜਨਵਰੀ 1948 ਨੂੰ ਉਸਨੇ ਕੌਂਸਲ ਆਫ ਜਿਊਇਸ਼ ਫੈਡਰੇਸ਼ਨ ਐਂਡ ਵੈਲਫੇਅਰ ਫੰਡ ਅੱਗੇ ਸ਼ਿਕਾਗੋ ਦੇ ਵਿੱਚ ਸਪੀਚ ਦਿੱਤੀ। ਕਿਹਾ, ਫਲਸਤੀਨੀ ਯਹੂਦੀ ਹੁਣ ਆਖਰੀ ਜੰਗ ਲੜਨਗੇ। ਸਾਡੇ ਕੋਲ ਹਥਿਆਰ ਹੋਏ ਹਥਿਆਰਾਂ ਦੇ ਨਾਲ ਲੜਾਂਗੇ, ਨਹੀਂ ਤਾਂ ਸੋਟੀਆਂ ਤੇ ਪੱਥਰਾਂ ਦੇ ਨਾਲ ਲੜਾਂਗੇ। ਵੱਡੀ ਗਿਣਤੀ ਪਹਿਲੋਂ ਹੀ ਖਤਮ ਹੋ ਚੁੱਕੀ ਹੈ। ਰਹਿੰਦੇ ਹੁਣ ਮਰਨਗੇ। ਅਸੀਂ ਜੰਗ ਦੇ ਵਿੱਚ ਘਿਰ ਗਏ ਹਾਂ। ਹਰੇਕ ਯਹੂਦੀ ਦਾ ਵਿਸ਼ਵਾਸ ਹੈ ਜਿੱਤ ਸਾਡੀ ਹੋਏਗੀ। ਅਸੀਂ ਹੌਸਲੇ ਦੇ ਵਿੱਚ ਹਾਂ। ਜੇ ਹੌਸਲਾ ਨਹੀਂ ਤਾਂ ਹਥਿਆਰ ਬੇਕਾਰ ਹੈ, ਪਰ ਜੇ ਹੌਸਲਾ ਹੈ, ਹਥਿਆਰ ਨਹੀਂ ਤਾਂ ਹੌਸਲਾ ਕਿੰਨਾ ਕੁ ਚਿਰ ਜੀਏਗਾ। ਹਥਿਆਰਾਂ ਬਿਨਾਂ ਪਹਿਲਾਂ ਹੌਸਲੇ, ਫਿਰ ਜਿਸਮ ਟੁੱਟਣਗੇ। ਸੰਕਟ ਸਮੇਂ ਦਾ ਹੈ। ਸਾਨੂੰ ਮਦਦ ਅਗਲੇ ਮਹੀਨੇ ਜਾਂ ਉਸ ਤੋਂ ਅਗਲੇ ਮਹੀਨੇ ਨਹੀਂ, ਹੁਣੇ ਹੀ ਚਾਹੀਦੀ ਹੈ। ਤੁਰੰਤ ਤੇ ਮਦਦ 2.5-3 ਕਰੋੜ ਡਾਲਰ ਦੀ ਚਾਹੀਦੀ ਹੈ। ਮਿਸਰ ਅਤੇ ਸੀਰੀਆ ਦੀਆਂ ਸਰਕਾਰਾਂ ਨੇ ਸਾਡੀ ਤਬਾਹੀ ਵਾਸਤੇ ਬਜਟ ਪਾਸ ਕਰ ਦਿੱਤੇ ਨੇ। ਸਾਡੀ ਨਾ ਕੋਈ ਸਰਕਾਰ ਨਾ ਬਜਟ ਸਾਡੇ ਹਿੱਸੇ ਤਬਾਹੀ ਲਿਖੀ ਹੈ। ਲੜਾਕੇ ਜਵਾਨ ਸਾਡੇ ਕੋਲ ਬਥੇਰੇ ਨੇ, ਪਰ ਕਾਹਦੇ ਨਾਲ ਲੜਨਗੇ? ਮੈਨੂੰ ਮੇਰੇ ਲੋਕਾਂ 'ਤੇ ਇਤਬਾਰ ਹੈ। ਜਦੋਂ ਮੈਂ ਬਲੱਡ ਬੈਂਕ ਵਾਸਤੇ ਖੂਨ ਮੰਗਿਆ, ਹਸਪਤਾਲ ਦੇ ਬਿਸਤਰਿਆਂ ਦੇ ਵਿੱਚੋਂ ਉੱਠ ਕੇ ਮਰੀਜ਼ ਕਤਾਰਾਂ ਦੇ ਵਿੱਚ ਖਲੋ ਜਾਂਦੇ ਹੈ। ਵਾਰੀ ਆਉਣ ਤੱਕ ਘੰਟਿਆਂ ਬੱਧੀ ਖਲੋਤੇ ਰਹਿੰਦੇ ਹੈ। ਅਸੀਂ ਤੁਹਾਡੇ ਤੋਂ ਵੱਖਰੇ ਯਹੂਦੀ ਨਹੀਂ ਹਾਂ। ਆਪਾਂ ਇੱਕੋ ਜਿਹੇ ਹਾਂ। ਤੁਸੀਂ ਫਲਸਤੀਨ ਦੇ ਵਿੱਚ ਹੁੰਦੇ, ਅਸੀਂ ਅਮਰੀਕਾ ਦੇ ਵਿੱਚ, ਫਿਰ ਤੁਸੀਂ ਵੀ ਉਹੀ ਕਰਨਾ ਸੀ ਜੋ ਮੈਂ ਕਰਨ ਆਈ ਹਾਂ। ਅਸੀਂ ਫਲਸਤੀਨ ਦੇ ਵਿੱਚ ਲੜਾਂਗੇ, ਨੇਗੇਵ ਦੇ ਵਿੱਚ ਲੜਾਂਗੇ, ਗੈਲੀਲੀ ਦੇ ਵਿੱਚ ਲੜਾਂਗੇ, ਯਰੂਸ਼ਲਮ ਦੀਆਂ ਕੰਧਾਂ ਦੁਆਲੇ ਲੜਾਂਗੇ। ਇੱਕ ਯਹੂਦੀ ਜਦੋਂ ਤੱਕ ਮੁੱਕ ਨਹੀਂ ਜਾਂਦਾ, ਲੜਾਂਗੇ। ਤੁਸੀਂ ਸਾਨੂੰ ਇਹ ਸਲਾਹ ਨਹੀਂ ਦੇ ਸਕਦੇ ਕਿ ਅਸੀਂ ਲੜੀਏ ਕਿ ਨਾ ਲੜੀਏ। ਅਸੀਂ ਲੜਾਂਗੇ। ਅਰਬਾਂ ਤੋਂ ਹਾਰ ਕੇ ਅਸੀਂ ਸਫੈਦ ਝੰਡਾ ਨਹੀਂ ਲਹਿਰਾਵਾਂਗੇ। ਫੈਸਲਾ ਹੋ ਚੁੱਕਿਆ ਹੈ ਤੇ ਫੈਸਲਾ ਬਦਲਿਆ ਨਹੀਂ ਜਾਵੇਗਾ। ਤੁਸੀਂ ਸਾਨੂੰ ਜਿਤਾਉਣਾ ਹੈ ਕਿ ਅਰਬਾਂ ਨੂੰ, ਇਹ ਤੁਸੀਂ ਜਾਣੋ। ਫੈਸਲਾ ਕਰਨ ਦੇ ਵਿੱਚ ਮਹੀਨੇ ਜਾਂ ਦਿਨ ਨਹੀਂ ਬਚੇ ਨੇ। ਹੁਣੇ ਫੈਸਲਾ ਕਰੋ, ਇਸੇ ਘੜੀ ਦੇ ਵਿੱਚ। ਇਹ ਹੁਣ ਦਾ ਪਲ ਮੁੜ ਕੇ ਨਹੀਂ ਪਰਤੇਗਾ। ਗੋਲਡਾ ਦੀਆਂ ਗੱਲਾਂ ਅਮਰੀਕਨ ਯਹੂਦੀ ਸੁਣੀ ਗਏ, ਰੋਈ ਗਏ। ਉਹਨਾਂ ਨੇ ਇੱਕੋ ਵਕਤ ਇੰਨੀ ਰਕਮ ਦਿੱਤੀ ਜਿੰਨੀ ਦੁਨੀਆ ਦੇ ਵਿੱਚ ਕਿਸੇ ਨੇ ਨਹੀਂ ਦਿੱਤੀ ਸੀ, ਕਦੀ ਵੀ ਨਹੀਂ। ਬਹੁਤਿਆਂ ਨੇ ਬੈਂਕਾਂ ਦੇ ਵਿੱਚੋਂ ਕਰਜ਼ਾ ਲੈ ਕੇ ਦਾਨ ਦੇ ਦਿੱਤਾ। ਉਮੀਦ ਤੋਂ ਦੁੱਗਣਾ ਧਨ 5 ਕਰੋੜ ਡਾਲਰ ਤੇ ਹੰਝੂਆਂ ਦੀਆਂ ਵਾਛੜਾਂ। ਬਿਨ ਗੁਰਿਓ ਨੂੰ ਜਦੋਂ ਇਹ ਰਕਮ ਦਿੱਤੀ, ਉਸਨੇ ਕਿਹਾ, ਜਦੋਂ ਇਜ਼ਰਾਈਲ ਦਾ ਇਤਿਹਾਸ ਲਿਖਿਆ ਗਿਆ, ਜ਼ਿਕਰ ਆਏਗਾ, ਇੱਕ ਔਰਤ ਵੱਲੋਂ ਲਿਆਂਦੀ ਦੌਲਤ ਸਦਕਾ ਇੱਕ ਦੇਸ਼ ਨਕਸ਼ੇ ਦੇ ਉੱਪਰ ਉਤਰ ਆਇਆ। ਗੋਲਡਾ ਨੇ ਕਿਹਾ, ਮੈਨੂੰ ਨਹੀਂ, ਲੋਕਾਂ ਨੇ ਇਜ਼ਰਾਈਲ ਨੂੰ ਪੈਸੇ ਦਿੱਤੇ ਨੇ। ਇਸ ਰਕਮ ਦੇ ਨਾਲ ਹਥਿਆਰਾਂ ਦੀ ਖਰੀਦ ਸ਼ੁਰੂ ਹੋਈ ਹੈ। ਪਤਾ ਲੱਗ ਗਿਆ ਕਿ ਜਦੋਂ UNO ਆਜ਼ਾਦੀ ਦਾ ਐਲਾਨ ਕਰੇਗੀ, ਅਰਬ ਦੇਸ਼ ਚੁਫੇਰਿਓਂ ਇਜ਼ਰਾਈਲ 'ਤੇ ਹੱਲਾ ਬੋਲਣਗੇ। ਬਾਕੀਆਂ ਦੇ ਵਿੱਚੋਂ ਜਾਰਡਨ ਦਾ ਜਿਹੜਾ ਬਾਦਸ਼ਾਹ ਹੈ, ਅਬਦੁੱਲਾ ਕੁਝ ਭਲਾ ਮਾਨਸ ਲੱਗਦਾ ਸੀ। ਗੁਪਤ ਮੁਲਾਕਾਤ ਵਾਸਤੇ ਗੋਲਡਾ ਉਸਦੇ ਟਿਕਾਣੇ 'ਤੇ ਗਈ। ਉਹ ਨਰਮ, ਸੱਭਿਅਕ ਤੇ ਹਮਦਰਦ ਸੀ। ਉਸਨੇ ਕਿਹਾ, ਮੈਂ ਅਮਨ ਚਾਹੁੰਦਾ। ਯਰੂਸ਼ਲਮ ਦਾ ਮੁਫਤੀ ਮੌਲਵੀ ਹਾਜੀ ਅਮੀਨ ਅਲ ਹੁਸੈਨੀ ਸਾਡਾ ਸਾਂਝਾ ਦੁਸ਼ਮਣ ਹੈ। UNO ਦੇ ਐਲਾਨ ਬਾਅਦ ਆਪਾਂ ਫਿਰ ਮਿਲਾਂਗੇ। ਹਮਲਾ ਨਹੀਂ ਕਰਾਂਗੇ, ਵਾਅਦਾ ਰਿਹਾ। ਪਰ ਖਬਰਾਂ ਆਉਂਦੀਆਂ ਰਹੀਆਂ ਕਿ ਅਬਦੁੱਲਾ ਅਰਬ ਦੇਸ਼ਾਂ ਦੇ ਹਮਲੇ ਦੇ ਵਿੱਚ ਸ਼ਾਮਲ ਹੋਣ ਦੀਆਂ ਵਿਉਂਤਾਂ ਬਣਾ ਰਿਹਾ ਹੈ। ਭਰੋਸੇਯੋਗ ਬੰਦੇ ਰਾਹੀਂ ਅਬਦੁੱਲਾ ਦੇ ਨਾਲ ਰਾਬਤਾ ਕਾਇਮ ਰੱਖਿਆ ਜਾ ਰਿਹਾ ਸੀ। ਗੋਲਡਾ ਨੇ ਆਪਣਾ ਖਦਸ਼ਾ ਬਾਦਸ਼ਾਹ ਤੱਕ ਪਹੁੰਚਾਇਆ ਤਾਂ ਉੱਤਰ ਮਿਲਿਆ, ਮੈਨੂੰ ਤੁਹਾਡੇ ਸ਼ੱਕ ਕਰਕੇ ਦੁੱਖ ਹੋਇਆ ਹੈ। ਦੂਤ ਨੂੰ ਕਿਹਾ ਕਿ ਗੋਲਡਾ 3 ਗੱਲਾਂ ਯਾਦ ਰੱਖੇ, ਮੈਂ ਬਦੂ ਹਾਂ,
ਵਾਅਦਾ ਵਫਾ ਕਰਨ ਦਾ ਪਾਬੰਦ। ਦੂਜਾ ਇਹ ਵਾਅਦਾ ਬਾਦਸ਼ਾਹ ਨੇ ਕੀਤਾ ਹੈ, ਕਿਸੇ ਲੱਲੂ ਪੰਜੂ ਨੇ ਨਹੀਂ। ਤੇ ਤੀਜਾ ਇਹ ਵਾਅਦਾ ਇੱਕ ਔਰਤ ਦੇ ਨਾਲ ਕੀਤਾ ਗਿਆ ਹੈ। ਪੂੜ ਚੜ੍ਹੇਗਾ, ਸ਼ੱਕ ਦੀ ਕੋਈ ਵਜ੍ਹਾ ਹੀ ਨਹੀਂ ਹੈ। ਖਬਰਾਂ ਮਿਲੀਆਂ ਕਿ ਅਰਬਾਂ ਦੀ ਲੀਗ ਬਣ ਗਈ ਹੈ, ਜਿਸ ਦੇ ਵਿੱਚ ਅਬਦੁੱਲਾ ਸ਼ਾਮਲ ਹੋ ਗਿਆ। ਫੈਸਲਾ ਹੋਇਆ ਕਿ ਜਿੰਨੀ ਜਲਦੀ ਸੰਭਵ ਹੋ ਸਕੇ ਬਾਦਸ਼ਾਹ ਨੂੰ ਮਿਲਿਆ ਜਾਵੇ। ਕੀ ਪਤਾ ਆਖਰੀ ਪਲ ਹੋਣੀ ਟਲ ਹੀ ਜਾਏ। ਬਾਦਸ਼ਾਹ ਦੇ ਕੋਲ ਬਰਤਾਨੀਆ ਵੱਲੋਂ ਟ੍ਰੇਡ ਸ਼ਾਨਦਾਰ ਫੌਜ ਹੈ। ਜੇ ਉਹ ਯੁੱਧ ਤੋਂ ਕਿਨਾਰਾ ਕਰ ਗਿਆ ਤਾਂ ਇਰਾਕੀ ਫੌਜ ਵੀ ਫਲਸਤੀਨ ਨਹੀਂ ਪੁੱਜ ਸਕੇਗੀ। ਬਿਨ ਗੁਰਿਓ ਨੇ ਕਿਹਾ ਕਿ ਗੋਲਡਾ ਇੱਕ ਵਾਰ ਮਿਲਣ ਵਿੱਚ ਕੀ ਹਰਜ ਹੈ। ਹਜ਼ਰਾ ਡੈਨੀ ਨੂੰ ਨਾਲ ਲੈ ਕੇ ਰਾਤ ਨੂੰ ਕਾਰ ਦੇ ਵਿੱਚ ਸਵਾਰ ਹੋ ਗੋਲਡਾ ਬਾਦਸ਼ਾਹ ਨੂੰ ਮਿਲਣ ਤੁਰ ਪਈ। ਇਹ ਪੂਰਾ ਗੁਪਤ ਮਿਸ਼ਨ ਸੀ। ਅਜਨਬੀ ਰਾਹਾਂ ਤੋਂ ਭਟਕ ਕੇ ਜੇ ਅਰਬਾਂ ਦੇ ਕਾਬੂ ਆ ਜਾਂਦੇ, ਜੀਵਨ ਖਤਮ ਸੀ। ਅਜ਼ਰਾ ਨੇ ਅਰਬੀ ਲਿਬਾਸ ਪਾ ਲਿਆ ਤੇ ਗੋਲਡਾ ਨੇ ਬੁਰਕਾ। ਗੋਲਡਾ ਅਜ਼ਰਾ ਡੈਨੀ ਦੀ ਪਤਨੀ ਵਜੋਂ ਪੇਸ਼ ਆਏਗੀ। ਅਜ਼ਰਾ ਵਧੀਆ ਅਰਬੀ ਬੋਲਦਾ ਸੀ। ਉਹ ਗੱਲਬਾਤ ਕਰੇਗਾ। ਅਰਬ ਔਰਤਾਂ ਚੁੱਪ ਰਹਿੰਦੀਆਂ ਨੇ। ਰਾਤ ਦਾ ਸਫ਼ਰ 14 ਮਈ ਨੂੰ ਇਜ਼ਰਾਈਲ ਦੀ ਆਜ਼ਾਦੀ ਦਾ ਐਲਾਨ ਹੋਣਾ ਸੀ ਤੇ 10 ਮਈ ਦੀ ਰਾਤ ਸੀ। ਅਨੇਕ ਥਾਈਂ ਤਲਾਸ਼ੀ ਹੋਈ, ਪਰ ਆਖਰ ਅਬਦੁੱਲਾ ਦੇ ਟਿਕਾਣੇ ਦੇ ਉੱਤੇ ਪੁੱਜਣ ਦੇ ਵਿੱਚ ਕਾਮਯਾਬ ਹੋ ਗਏ। ਅਬਦੁੱਲਾ ਆਇਆ। ਉਸਦਾ ਚਿਹਰਾ ਪੀਲਾ ਹੋਇਆ ਪਿਆ ਸੀ, ਮੱਥੇ ਤੇ ਫਿਕਰ ਦੀਆਂ ਰੇਖਾਵਾਂ, ਅੱਖਾਂ ਦੇ ਵਿੱਚ ਖੌਫ, ਬੋਝ ਦੇ ਨਾਲ ਥੱਕਿਆ ਸਿਰ। ਗੋਲਡਾ ਨੇ ਵਕਤ ਜਾਇਆ ਕਰਨ ਦੀ ਥਾਂ ਸਿੱਧਾ ਸਵਾਲ ਪੁੱਛਿਆ, ਵਾਅਦਾ ਤੋੜਨ ਦਾ ਫੈਸਲਾ ਹੋ ਗਿਆ ਆਖਰ? ਬਾਦਸ਼ਾਹ ਦੇਰ ਤੱਕ ਖਾਮੋਸ਼ ਰਿਹਾ। ਆਖਰ ਬੋਲਿਆ, ਜਦੋਂ ਮੈਂ ਵਾਅਦਾ ਕੀਤਾ ਸੀ ਉਦੋਂ ਮੈਂ ਇਕੱਲਾ ਸਾਂ, ਵਾਅਦਾ ਕਰਨ ਦੇ ਸਮਰਥ ਸਾਂ। ਮੈਂ ਆਪਣੀ ਹੋਣੀ ਦਾ ਖੁਦ ਮਾਲਕ ਸਾਂ। ਹੁਣ ਸਭ ਕੁਝ ਬਦਲ ਗਿਆ। 5 ਦੇਸ਼ਾਂ ਦੀ ਲੀਗ ਬਣ ਗਈ ਹੈ। ਮੈਂ 5 ਦੇ ਵਿੱਚ ਇੱਕ ਹਾਂ। ਮਿਸਰ, ਸੀਰੀਆ, ਲਿਬਨਾਨ ਤੇ ਇਰਾਕ ਇੱਕ ਪਾਸੇ। ਮੈਂ ਇਕੱਲਾ ਰਹਿ ਗਿਆ। ਫਿਰ ਵੀ ਕੀ ਪਤਾ ਯੁੱਧ ਟਲ ਜਾਏ। ਪਰ ਮੈਨੂੰ ਇਹ ਦੱਸੋ, ਤੁਸੀਂ ਇਜ਼ਰਾਈਲ ਦੀ ਆਜ਼ਾਦੀ ਦਾ ਐਲਾਨ ਕਰਨ ਵਾਸਤੇ ਇੰਨੇ ਕਾਹਲੇ ਕਿਉਂ ਹੋ? ਬਿਪਤਾ ਕੀ ਪਈ ਹੈ ਤੁਹਾਨੂੰ? ਇੰਨੇ ਬੇਸਬਰੀ ਠੀਕ ਨਹੀਂ ਹੈ। ਗੋਲਡਾ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 2000 ਸਾਲ ਸਬਰ ਸ਼ੁਕਰ ਦੇ ਨਾਲ ਬਿਤਾਏ ਹੋਣ, ਉਹ ਬੇਸਬਰੇ ਹੋਏ। ਬਾਦਸ਼ਾਹ ਨੇ ਹੌਕਾ ਲਿਆ ਤੇ ਚੁੱਪ ਕਰ ਗਿਆ। ਗੋਲਡਾ ਬੋਲੀ, ਬਾਦਸ਼ਾਹ ਸਲਾਮਤ, ਕੀ ਤੁਹਾਨੂੰ ਪਤਾ ਹੈ ਇਹ ਚਾਰੇ ਦੇਸ਼ ਤੁਹਾਡੇ ਮਿੱਤਰ ਨਹੀਂ। ਜੇ ਕੋਈ ਤੁਹਾਡਾ ਹਮਦਰਦ ਹੈ ਉਹ ਹੈ ਇਜ਼ਰਾਈਲ, ਬਾਕੀ ਤੁਹਾਡੇ ਦੁਸ਼ਮਣ ਨੇ। ਪਰ ਮੈਂ ਕਰਾਂ ਕੀ? ਮੈਂ ਇਕੱਲਾ ਨਹੀਂ ਫੈਸਲਾ ਕਰ ਸਕਦਾ ਨਾ। ਘਿਰ ਗਿਆ ਹਾਂ। ਜੇ ਜੰਗ ਛਿੜ ਗਈ ਤਾਂ ਹਜ਼ੂਰ ਅਸੀਂ ਖੂਨੀ ਜੰਗ ਲੜਾਂਗੇ ਤੇ ਜਿੱਤਾਂਗੇ। ਹਾਂ, ਮੈਨੂੰ ਪਤਾ ਹੈ ਤੁਸੀਂ ਲੜੋਗੇ, ਪਰ ਚੰਗਾ ਹੋਵੇ ਜੇ ਥੋੜੇ ਸਾਲ ਹੋਰ ਰੁਕ ਜਾਵੋ। ਨਾਲੇ ਯਹੂਦੀ ਰਿਫਿਊਜੀਆਂ ਨੂੰ ਫਲਸਤੀਨ ਆਉਣ ਤੋਂ ਰੋਕੋ। ਇੱਕ ਤਰੀਕਾ ਹੋਰ ਵੀ ਹੈ। ਇਜ਼ਰਾਈਲ ਸੁਤੰਤਰ ਦੇਸ਼ ਹੋਣ ਦੀ ਥਾਂ ਮੇਰੇ ਦੇਸ਼ ਦੇ ਵਿੱਚ ਸ਼ਾਮਲ ਹੋ ਜਾਏ। ਮੈਂ ਤੁਹਾਨੂੰ ਵਜ਼ੀਰ ਲੈ ਲਵਾਂਗਾ। ਯਹੂਦੀ ਭਿਆਨਕ ਕਤਲੋ-ਗਾਰਤ ਤੋਂ ਬਚ ਜਾਣਗੇ। ਤੁਹਾਡਾ ਖਿਆਲ ਹੈ ਮੈਂ ਤੁਹਾਡੇ ਤੋਂ ਵਜ਼ਾਰਤ ਦੀ ਕੁਰਸੀ ਮੰਗਣ ਰਾਤ ਨੂੰ ਆਈ ਹਾਂ? ਤੁਹਾਨੂੰ ਪਤਾ ਅਸੀਂ ਕੀ ਲੈਣੇ ਆ, ਕੀ ਕਰਨਾ ਹੈ? ਜੇ ਤੁਹਾਡੇ ਕੋਲ ਵਜ਼ਾਰਤ ਦੀ ਕੁਰਸੀ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ, ਫਿਰ ਯੁੱਧ ਯਕੀਨੀ ਹੈ। ਦੱਸ ਦਿਓ ਕਿ ਅਸੀਂ ਜਿੱਤਾਂਗੇ। ਜਿੱਤਣ ਤੋਂ ਬਾਅਦ ਕੀ ਪਤਾ ਹੈ ਆਪਾਂ ਫਿਰ ਮਿਲ ਸਕੀਏ ਕਿ ਨਾ। ਇਜ਼ਰਾਈਲ ਦੇ ਯਹੂਦੀ ਵਜ਼ੀਰ ਵਜੋਂ ਤੁਹਾਨੂੰ ਫਿਰ ਮਿਲਾਂਗੇ। ਅਜ਼ਰਾ ਡੈਨੀ ਨੇ ਉੱਠਣ ਲੱਗਿਆਂ ਬਾਦਸ਼ਾਹ ਨੂੰ ਕਿਹਾ, ਤੁਸੀਂ ਲੋਕਾਂ ਨੂੰ ਖੁੱਲ੍ਹੇਆਮ ਨਾ ਮਿਲਿਆ ਕਰੋ। ਮੈਂ ਦੇਖਿਆ ਤੁਹਾਡਾ ਲਿਬਾਸ ਚੁੰਮਣ ਦੇ ਲਈ ਲੋਕ ਤੁਹਾਡੇ ਬਿਲਕੁਲ ਨੇੜੇ ਆ ਜਾਂਦੇ ਨੇ। ਕੋਈ ਸਿਰ ਫਿਰਿਆ ਕਾਰਾ ਕਰ ਸਕਦਾ ਹੈ। ਬਾਦਸ਼ਾਹ ਨੇ ਕਿਹਾ, ਮੈਂ ਬੰਦੂ ਹਾਂ, ਆਜ਼ਾਦ ਜੰਮਿਆ, ਆਜ਼ਾਦ ਜੀਵਿਆ। ਮੈਂ ਆਪਣੀ ਗਾਰਦ ਦਾ ਗੁਲਾਮ ਨਹੀਂ ਬਣਾਂਗਾ। ਉਸਨੇ ਅਲਵਿਦਾ ਕਹੀ ਤੇ ਸੌਣ ਵਾਸਤੇ ਚਲਿਆ ਗਿਆ। ਖਾਣਾ ਪਰੋਸਿਆ ਤਾਂ ਪਰ ਕਿਸ ਦੇ ਸੰਗ ਹੇਠੋਂ ਬੁਰਕੀ ਲੰਘਣੀ ਸੀ। ਗੋਲਡਾ ਹੁਣੇ 5 ਦੇਸ਼ਾਂ ਦੇ ਟੈਂਕਾਂ ਵਿਚਕਾਰ ਘਿਰ ਗਈ ਮਹਿਸੂਸ ਕਰ ਰਹੀ ਸੀ। ਤਲ ਅਵੀਵ ਵਾਪਸ ਜਾ ਕੇ ਬਿਨ ਗਰਿਓ ਨੂੰ ਕੀ ਦੱਸੇਗੀ ਉਹ? ਵਾਪਸੀ ਦੇ ਸਫ਼ਰ ਵਕਤ ਕਾਰ ਦੇ ਸ਼ੀਸ਼ਿਆਂ ਦੇ ਵਿੱਚੋਂ ਸਾਰਿਆਂ ਨੇ ਦੇਖਿਆ ਟੈਂਕ ਯਰੂਸ਼ਲਮ ਵੱਲ ਸਰਕ ਰਹੇ ਸਨ। ਡੈਨੀ ਨੇ ਹੌਲੀ ਦੇ ਕੇ ਕਿਹਾ, ਜੇ ਅਸੀਂ ਜਿੱਤ ਗਏ ਤਾਂ 10,000 ਸਿਪਾਹੀਆਂ ਦੀਆਂ ਜਾਨਾਂ ਜਾਣਗੀਆਂ। ਜੇ ਹਾਰ ਗਏ ਤਾਂ 50,000 ਖੱਪਣਗੇ। ਹਚਕੋਲੇ ਖਾਂਦੀ ਕਾਰ ਤਲ ਅਵੀਵ ਵੱਲ ਜਾ ਰਹੀ ਸੀ। ਟਿਕਾਣੇ ਪੁੱਜਣਗੇ ਵੀ ਕਿ ਨਾ ਰੱਬ ਜਾਣੇ। ਕੋਈ ਹੋਰ ਗੱਲ ਕਰ ਡੈਨੀ, ਤੂੰ ਹੌਲੀ ਬੋਲ ਡੈਨੀ। ਸਾਹ ਵੀ ਹੌਲੀ ਲੈ ਡੈਨੀ। ਆਪਣੇ ਮਿੱਤਰਾਂ ਨੂੰ ਦੱਸਣ ਦੇ ਲਈ ਕੀ ਹੋਣ ਜਾ ਰਿਹਾ ਹੈ।
ਵਾਪਸ ਪੁੱਜਣ ਦੇ ਵਿੱਚ ਕਾਮਯਾਬ ਹੋ ਜਾਈਏ ਘੇਰਾਂ ਆਪਾਂ। ਪਤਾ ਨਹੀਂ ਠੀਕ ਦਿਸ਼ਾ ਦੇ ਵਿੱਚ ਜਾ ਵੀ ਰਹੇ ਹਾਂ ਆਪਾਂ ਕਿ ਨਹੀਂ। ਆਖਰ ਸੁੱਖ ਦਾ ਸਾਹ ਉਦੋਂ ਆਇਆ ਜਦੋਂ ਯਹੂਦੀ ਖੂਫੀਆ ਏਜੰਸੀ ਦਾ ਸਾਰਜੈਂਟ ਕਾਰ ਨਜ਼ਦੀਕ ਆਇਆ ਤੇ ਗੋਲਡਾ ਨੇ ਉਸਦਾ ਹੱਥ ਘੁੱਟ ਕੇ ਫੜਿਆ ਤੇ ਪੁੱਛਿਆ, ਪਹੁੰਚ ਗਏ ਹਾਂ? ਹਾਂ ਗੋਲਡਾ, ਸਾਰੀ ਰਾਤ ਬੇਚੈਨੀ ਦੇ ਨਾਲ ਤੁਹਾਡਾ ਇੰਤਜ਼ਾਰ ਕੀਤਾ, ਹੁਣ ਖੈਰ ਹੈ। ਪਤਾ ਲੱਗਾ ਕਿ ਬਾਦਸ਼ਾਹ ਅਬਦੁੱਲਾ ਕਿਹਾ ਕਰਦਾ ਸੀ, ਇਸ ਹੰਕਾਰੀ ਹੋਈ ਜਨਾਨੀ ਸਦਕਾ ਖੂਨ ਖਰਾਬਾ ਹੋਏਗਾ। ਮੇਰੀ ਗੱਲ ਮੰਨ ਕੇ ਵਜ਼ਾਰਤ ਦੇ ਵਿੱਚ ਸ਼ਾਮਲ ਹੋ ਜਾਂਦੀ ਤਾਂ ਯਹੂਦੀ ਨਰਸੰਹਾਰ ਤੋਂ ਬਚ ਜਾਂਦੇ ਹੈ। ਯਰੂਸ਼ਲਮ ਦੇ ਮੁਫਤੀ ਦੀ ਸਾਜ਼ਿਸ਼ ਦੇ ਨਾਲ 2 ਸਾਲ ਬਾਅਦ ਅਬਦੁੱਲਾ ਦਾ ਕਤਲ ਹੋ ਗਿਆ। ਗੋਲਡਾ ਕਿਹਾ ਕਰਦੀ, ਬਾਦਸ਼ਾਹ ਰਤਾ ਕੋ ਹੌਸਲਾ ਦਿਖਾਉਂਦਿਆਂ ਯਹੂਦੀਆਂ ਵਿਰੁੱਧ ਜੰਗ ਦੇ ਵਿੱਚ ਨਾ ਕੁੱਦਦਾ, ਯਹੂਦੀਆਂ ਦਾ ਘੱਟ ਨੁਕਸਾਨ ਹੁੰਦਾ ਤੇ ਉਹ ਖੁਦ ਵੀ ਸ਼ਾਇਦ ਬਚ ਰਹਿੰਦਾ। ਤਲ ਅਵੀਵ ਦੇ ਵਿੱਚ ਇੰਤਜ਼ਾਰ ਹੋ ਰਿਹਾ ਸੀ। ਬਾਕੀਆਂ ਦੇ ਵਿੱਚ ਬਿਨ ਗਰਿਓ ਬੈਠਾ ਸੀ ਸਾਰਿਆਂ ਦੇ ਨਾਲ ਤੇ ਉੱਠਿਆ। ਗੋਲਡਾ ਨੂੰ ਕਿਹਾ, ਫੇਰ? ਗੋਲਡਾ ਬੋਲੀ, ਨਹੀਂ, ਸਾਰਿਆਂ ਨੂੰ ਸਭ ਕੁਝ ਨਹੀਂ ਦੱਸਣਾ ਮੈਂ। ਇੱਕ ਸਲਿੱਪ ਉੱਪਰ ਲਿਖਿਆ, ਗੱਲ ਨਹੀਂ ਬਣੀ। ਸਾਰੀ ਰਾਤ ਟੈਂਕ ਇਸ ਪਾਸੇ ਵੱਲ ਸਰਕਦੇ ਦੇਖੇ ਹੈ। ਯੁੱਧ ਅਟਲ ਹੈ। ਬਿਨ ਗਰਿਓ ਦਾ ਚਿਹਰਾ ਕੁਮਲਾ ਗਿਆ, ਪਰ ਉਹ ਸੰਭਲਿਆ ਤੇ ਖੂਫੀਆ ਸੈਨਾ ਦੇ ਦੋਵੇਂ ਜਰਨੈਲ ਬੁਲਾ ਕੇ ਰਾਏ ਮੰਗੀ। ਜਰਨੈਲਾਂ ਨੇ ਕਿਹਾ, ਜਿਸ ਪਲ ਆਜ਼ਾਦੀ ਦਾ ਐਲਾਨ ਹੋਇਆ ਬਰਤਾਨਵੀ ਸੈਨਾ ਵਾਪਸ ਚਲੀ ਜਾਵੇਗੀ। ਸਾਰੇ ਅਰਬ ਦੇਸ਼ ਗਿਰਜਾਂ ਵਾਂਗ ਆਪਣੇ ਉੱਪਰ ਝਪਟ ਜਾਣਗੇ। ਗੁਰਿਓ ਨੇ ਪੁੱਛਿਆ, ਚਾਂਸ ਕੀ ਨੇ? ਜਰਨੈਲਾਂ ਨੇ ਕਿਹਾ ਕਿ 50-50 ਹੈ, ਜਿੱਤ ਵੀ ਸਕਦੇ ਹਾਂ ਤੇ ਹਾਰ ਵੀ ਸਕਦੇ ਹਾਂ। ਜਰਨੈਲਾਂ ਨੇ ਪੁੱਛਿਆ ਕਿ ਆਜ਼ਾਦੀ ਦਾ ਦਿਨ ਅੱਗੇ ਪਾ ਦਈਏ? ਗੁਰਿਓ ਨੇ ਸਖਤ ਆਵਾਜ਼ ਦੇ ਵਿੱਚ ਕਿਹਾ, ਹਰਗਿਜ਼ ਨਹੀਂ। ਪੁੱਛਿਆ ਗਿਆ, ਅੰਦਾਜ਼ੇ ਕੀ ਹਨ? ਗੁਰਿਓ ਨੇ ਕਿਹਾ, ਸਾਡੀ ਕੁੱਲ ਆਬਾਦੀ ਇਜ਼ਰਾਈਲ ਦੇ ਵਿੱਚ ਇਸ ਵੇਲੇ 6.5 ਲੱਖ ਹੈ। 5 ਦੇਸ਼ਾਂ ਦੇ ਟ੍ਰੇਡ ਸੈਨਿਕ ਟੈਂਕਾਂ ਦੇ ਨਾਲ ਹੱਲਾ ਬੋਲਣਗੇ, ਜਿਨ੍ਹਾਂ ਦੀ ਪਿੱਠ ਪਿੱਛੇ 10 ਲੱਖ ਅਰਬ ਨੇ। ਤਲ ਅਵੀਵ ਦੇ ਵਿੱਚ ਆਜ਼ਾਦੀ ਦੇ ਐਲਾਨ ਦਾ ਸਮਾਂ ਤੇ ਸਥਾਨ ਗੁਪਤ ਰੱਖਿਆ ਗਿਆ ਸੀ। ਥੋੜੇ ਕੁ ਚੋਣਵੇਂ ਲੀਡਰਾਂ ਨੂੰ ਪਤਾ ਸੀ ਐਲਾਨ ਦਾ ਆਰੰਭ ਬਿਨ ਗਰਿਓ ਦੇ ਇਸ ਵਾਕ ਦੇ ਨਾਲ ਹੋਵੇਗਾ, ਇਜ਼ਰਾਈਲੀ ਚਟਾਨ ਦੀ ਸਹੁੰ ਖਾ ਕੇ ਅਸੀਂ ਆਪਣੀ ਆਜ਼ਾਦੀ ਦੇ ਐਲਾਨ ਉੱਪਰ ਸਹੀ ਪਾਉਂਦੇ ਹਾਂ। ਬਹੁਤ ਸਾਰੇ ਕਮਿਊਨਿਸਟ ਯਹੂਦੀ ਰੱਬ ਜਾਂ ਪੈਗੰਬਰ ਆਦਿਕ ਧਰਮੀ ਲਫ਼ਜ਼ ਲਿਖਣ ਦੇ ਖਿਲਾਫ ਸਨ, ਕਿਉਂਕਿ ਉਹ ਸਮਝਦੇ ਸਨ ਕਿ ਪੁਜਾਰੀ ਦੀ ਜ਼ਬਾਨ ਲੋਕਤੰਤਰ ਪ੍ਰਣਾਲੀ ਦੇ ਵਿੱਚ ਰੁਕਾਵਟ ਬਣੇਗੀ। ਧਰਮੀ ਗੁੱਟਾਂ ਦਾ ਰਬਈ ਫਿਸ਼ਮੈਨ ਅੜ ਗਿਆ ਕਿ ਇਜ਼ਰਾਈਲੀ ਚਟਾਨ ਸ਼ਬਦਾਂ ਦੇ ਮਗਰ ਅਤੇ ਇਸ ਦੇ ਮੁਕਤੀ ਦਾਤਾ ਦੀ ਸਹੁੰ ਲਿਖੋ, ਨਹੀਂ ਉਹ ਦਸਤਖਤ ਨਹੀਂ ਕਰੇਗਾ। ਲੇਬਰ ਪਾਰਟੀ ਦੇ ਲੀਡਰ ਆਰੋਨ ਨੇ ਕਿਹਾ, ਜੇ ਮੁਕਤੀ ਦਾਤਾ ਲਫ਼ਜ਼ ਲਿਖੋਗੇ ਮੈਂ ਦਸਤਖਤ ਨਹੀਂ ਕਰਾਂਗਾ। ਗਰਿਓ ਨੇ ਦੋਹਾਂ ਨੂੰ ਸ਼ਾਂਤ ਕਰਦਿਆਂ ਕਿਹਾ, ਇਜ਼ਰਾਈਲੀ ਚਟਾਨ ਦੇ ਵਿੱਚ ਸਾਰੇ ਆ ਜਾਂਦੇ ਨੇ। ਪੈਗੰਬਰ, ਰੱਬ, ਧਰਮ ਤੇ ਲੋਕਾਂ ਦੇ ਦ੍ਰਿੜ ਵਿਸ਼ਵਾਸ ਦਾ ਚਿੰਨ੍ਹ ਹੈ ਚਟਾਨ। ਆਖਰ ਮੰਨ ਗਏ। ਐਲਾਨਨਾਮੇ ਦਾ ਇੱਕ ਸ਼ਬਦ ਸੋਚ ਕੇ ਲਿਖਿਆ ਤੇ ਬਦਲਿਆ। ਬਣਨ ਵਾਲੀ ਨਵੀਂ ਸਰਕਾਰ ਦੇ ਮੁੱਖ ਸਕੱਤਰ ਜ਼ੀਵ ਸ਼ਰੀਫ ਨੇ ਜਦੋਂ ਸਭ ਦੇ ਦਸਤਖਤ ਕਰਵਾ ਲਏ, ਕਿਹਾ, ਇਹ ਘੋਸ਼ਣਾ ਪੱਤਰ ਮੈਂ ਐਂਗਲੋ ਫਲਸਤੀਨ ਬੈਂਕ ਦੇ ਸਟਰਾਂਗ ਰੂਮ ਦੇ ਵਿੱਚ ਜਮ੍ਹਾਂ ਕਰਾਵਾਂਗਾ। ਜੇ ਯੁੱਧ ਦੇ ਦੌਰਾਨ ਫਲਸਤੀਨ ਦੇ ਵਿੱਚ ਵਸਦੇ ਸਾਰੇ ਯਹੂਦੀ ਮਾਰੇ ਗਏ, ਆਉਣ ਵਾਲੀਆਂ ਪੀੜ੍ਹੀਆਂ ਦੇਖ ਤਾਂ ਸਕਣਗੀਆਂ ਕਿ ਅਸੀਂ ਆਜ਼ਾਦੀ ਦਾ ਐਲਾਨਨਾਮਾ ਤਿਆਰ ਕਰਕੇ ਦਸਤਖਤ ਕੀਤੇ ਸਨ, ਕਿ ਅਸੀਂ ਆਜ਼ਾਦ ਹੋ ਕੇ ਮਰੇ ਸਾਂ। 27 ਪਿੰਡਾਂ ਨੂੰ ਪਾਣੀ ਦੇਣ ਵਾਲੀ ਪਾਈਪ ਨੇਗੇਵ ਲਾਗੇ ਮਿਸਰ ਦੀ ਫੌਜ ਨੇ ਕੱਟ ਦਿੱਤੀ, ਸੜਕ ਬੰਬਾਂ ਦੇ ਨਾਲ ਉਡਾ ਦਿੱਤੀ। ਹਿੰਮਤੀ ਜਵਾਨਾਂ ਨੇ ਰਸਤਾ ਚਾਲੂ ਕੀਤਾ। ਤਲ ਅਵੀਵ ਦੇ ਅਜਾਇਬ ਘਰ ਦੇ ਵਿੱਚ ਆਜ਼ਾਦੀ ਦਾ ਐਲਾਨਨਾਮਾ ਪੜ੍ਹਿਆ ਜਾਏਗਾ। ਆਰਜੀ ਸਰਕਾਰ ਦੇ 13 ਮੈਂਬਰਾਂ ਵਾਸਤੇ ਕੁਰਸੀਆਂ ਦੇ 200 ਦੇ ਖਲੋਣ ਲਈ ਖੜੇ ਹੋਣ ਦੇ ਲਈ ਥਾਂ ਸੀ, ਪਰ ਬਿਨਾਂ ਦੱਸੇ ਪੁੱਛੇ ਉੱਥੇ ਤਾਂ ਹਜ਼ਾਰਾਂ ਦੀ ਭੀੜ ਹਾਲ ਦੇ ਬਾਹਰ ਖਲੋਤੀ ਸੀ। ਹੋਰ ਆ ਰਹੇ ਸਨ। ਗਰਿਓ ਨੇ 4 ਵਜੇ ਸ਼ਾਮ ਗੋਲ ਕੀਤਾ ਹੋਇਆ ਐਲਾਨਨਾਮਾ ਖੋਲ੍ਹ ਕੇ ਪੜ੍ਹਨਾ ਸ਼ੁਰੂ ਕੀਤਾ। ਜਦੋਂ ਗਰਿਓ ਕਾਗਜ਼ ਖੋਲ੍ਹ ਕੇ ਸਿੱਧਾ ਕਰਨ ਲੱਗੇਗਾ, ਆਰਕੈਸਟਰਾ ਰਾਸ਼ਟਰੀ ਗੀਤ ਦੀ ਧੁਨ ਵਜਾਏਗਾ। ਗਰਿਓ ਨੇ ਕਾਗਜ਼ ਖੋਲ੍ਹਿਆ, ਇੱਧਰ ਉੱਧਰ ਦੇਖਿਆ, ਆਰਕੈਸਟਰਾ ਵਾਲੇ ਆਏ ਹੀ ਨਹੀਂ। ਤਦ ਮੌਜੂਦ ਜਿਹੜੇ ਸਨ ਹਾਜ਼ਰੀਨ ਨੇ ਆਪੇ ਹੀ ਕੌਮੀ ਗੀਤ ਗਾਇਆ, ਪਰ ਗਰਿਓ ਨੇ 15 ਮਿੰਟਾਂ ਦੇ ਵਿੱਚ ਐਲਾਨਨਾਮਾ ਪੜ੍ਹਿਆ।
उसकी आवाज़ कदी उच्ची कदी धीमी हुंदी। आखिरी बोल सन, असी यहूदी प्रजा के प्रतिनिध इत्थे इकट्ठे होकर ऐलान करते हैं कि बरतानिया की हुकूमत का दौर खत्म होया। साडा कुदरती अते इतिहासक हक सानू अज मिलिया है। यूएनओ के मते के अनुसार अज इजराइल की धरती उपर स्टेट की स्थापति का ऐलान करते हैं। नवे देश का नाम इजराइल होवेगा। नवे देश का नाम इजराइल। हाजरीन दियां अखां छलकियां। गोल्डा ने लिखिया, खुश नसीब निकली मैं जिसने ये दिन देख लिया आखिर। यहूदियां नूं मुद्दत बाद घर मिलिया। बनवास खत्म। 20 सदियां बाद अपनी होनी का फैसला खुद करन दे काबल हो गए। ਜਿਹੜੇ ਘੱਲੂਘਾਰਿਆਂ ਦੇ ਵਿੱਚ ਖਤਮ ਹੋਏ ਉਹਨਾਂ ਦੇ ਲਈ ਇਹ ਦਿਨ ਬਹੁਤ ਦੂਰ ਹੋ ਗਿਆ, ਪਰ ਜਿਹੜੇ ਅਜੇ ਜੰਮੇ ਨਹੀਂ ਉਹਨਾਂ ਵਾਸਤੇ ਤਾਜ਼ਾ ਹਵਾ ਰੁਮਕੀ ਹੈ। 50 ਸਾਲ ਪਹਿਲਾਂ ਥਿਓਡੋਰ ਹਰਜ਼ਲ ਨੇ ਆਪਣੀ ਡਾਇਰੀ ਦੇ ਵਿੱਚ ਲਿਖਿਆ ਸੀ, ਮੈਂ ਯਹੂਦੀ ਸਟੇਟ ਦੀ ਨੀਂਹ ਰੱਖ ਦਿੱਤੀ ਹੈ। ਅੱਜ ਕੋਈ ਮੇਰਾ ਇਹ ਵਾਕ ਪੜ੍ਹੇ ਤਾਂ ਹੱਸੇਗਾ। 5 ਸਾਲ ਬਾਅਦ ਨਾ ਸਹੀ 50 ਸਾਲ ਬਾਅਦ ਸਹੀ ਦੁਨੀਆ ਦੇਖੇਗੀ ਮੇਰਾ ਕਥਨ ਸਹੀ ਸਾਬਤ ਹੋਇਆ। जुम्मे दे दिन ढले दुनिया का हरेक यहूदी रेडियो लागे बैठा ऐलाननामा सुन रहा सी। ग्रियो ने पढ़िया, उजड़े यहूदी शरणार्थियों के लिए इजराइल का दरवाज़ा खुल गया। इजराइल दे विच वसदे मुसलमान साडे भरा ने। असी आरजी अते स्थाई सरकारां दे विच उन्हां नूं भाईवाल बनावांगे। उन्हां दे जान माल की राखी ते सन्मान कायम रखांगे। गुआंढी अरबां नूं साडी अपील है कि अमन कायम करन दे विच साडी मदद करन। आमीन। इस हिब्रू शब्द दे नाल रस्म खत्म होनी सी, पर बिना दसे पुछे रबई फिशमैन ने उच्ची आवाज़ दे विच यहूदी प्रार्थना की, ब्रह्मण दे मालक किरपालू परमेश्वर नूं अज दा दिन देखण वास्ते सानू जिउंदे रखिया, तेरा शुकराना। आमीन। लई रोनी। उस तो बाद इस पिछों बरतानिया के वाइट पेपर नूं रद्द करन दा मता पास हो गया। आज़ादी के ऐलाननामे ते दस्तखत करदियां गोल्डा रो पई। इन्ने हंझू कि कागज़ दिसनों हट गया। दाऊद जवी ने मोढे दे उत्ते हथ धर के कहा, किस दे लई रोनी है गोल्डा, किस दे लई? गोल्डा बोली, उन्हां दे लई जिन्हां नूं इत्थे होना चाहिदा सी हुण, पर नहीं ने, सदा दे लई विछड़ गए ने। ग्रियो ने आखिरी वाक कहा, इजराइल स्टेट की स्थापना हो गई है। मीटिंग समाप्त। सब रस्मां खत्म। ग्लोब दे उपर नवा नक्शा उभरिया है। बाहर निकल अद्धी रात लोग गलियां दे विच नचदे गाउंदे देखे। बरतानिया दा हाई कमिश्नर अपने आखिरी सिपाही सने परत जाएगा। दुनिया दे विचों उदास यहूदी इजराइल आउणगे। स्वागत होवेगा। हुण यहूदी रुख कदी नहीं उखड़ेगा। हुण गवांढी देश हमला करनगे। ये सोच के फिकर तां हुंदा है, पर विश्वास कायम रहिंदा है। मिस्र के जहाज़ों ने तल अवीव का बिजली घर ते हवाई अड्डा उड़ाउण दा फैसला कर लिया। समुद्रों एक किश्ती किनारे लगी। सब तो पहला सैमुअल बरा नाम का थक्का टुट्टा बजुर्ग उतरिया। उसनूं एक पर्ची दिती, मोहर लाई, लिखिया सी, इजराइल दे विच वसन का अधिकार तुहानूं खुशी दे नाल दिता है। यह आज़ाद स्टेट का पहला वीज़ा सी जो इज्जत दे नाल मिलिया। ये वीज़ा अजायब घर दे विच रखिया होया है अजे भी। 14 मई की रात गोल्डा सुत्ती पई सी। फोन की घंटी वजी है। चुक्या किसी ने दस्सिया कि हुणे हुणे रेडियो के उत्ते खबर आई है कि गोल्डा अमेरिका के राष्ट्रपति ट्रूमैन ने इजराइल नूं मानता दे दी है। चिंता उड़ गई। गोल्डा नूं अपने अमेरिकन होने का माण भी होया। इस पिछों रूस ने मानता दे दी। 2 वड्डियां ताकतां तो सहारा मिल गया, अमेरिका तो रूस तो। 15 मई 1948 ਨੂੰ ਸਵੇਰ ਸਾਰ ਮਿਸਰ ਨੇ ਦੱਖਣ ਵੱਲੋਂ ਜਿਹੜਾ ਸੀਰੀਆ ਤੇ ਲਿਬਨਾਨ ਨੇ ਉੱਤਰ ਅਤੇ ਉੱਤਰੀ ਪੂਰਬ ਵੱਲੋਂ, ਜਾਰਡਨ ਤੇ ਇਰਾਕ ਨੇ ਪੂਰਬ ਵੱਲੋਂ ਹਮਲਾ ਕਰਕੇ ਐਲਾਨ ਕੀਤਾ 10 ਦਿਨਾਂ ਦੇ ਵਿੱਚ ਇਜ਼ਰਾਈਲ ਦਾ ਮਲੀਆ ਮੇਟ। ਜਾਰਡਨ ਦਾ ਬਾਦਸ਼ਾਹ ਸਾਰੇ ਇਜ਼ਰਾਈਲ ਨੂੰ ਆਪਣੇ ਵਿੱਚ ਮਿਲਾਉਣ ਦਾ ਇੱਛੁਕ ਸੀ, ਖਾਸ ਕਰ ਯਰੂਸ਼ਲਮ ਨੂੰ। ਲਿਬਨਾਨ ਤੇ ਸੀਰੀਆ ਨੇ ਗੈਲੀਲੀ ਨੂੰ ਅੱਧਾ ਵੰਡ ਲੈਣਾ ਸੀ। इराक नूं ये लाभ सी कि उसनूं बंदरगाह मिल जानी सी। मिस्र नूं होर कोई फायदा नहीं सी सिवाय लुੱਟ मार दा माल लिजाण दे। 15 मई नूं ग्रियो ने कहा कि गोल्डा अमेरिका जा हुणे, पैसे इकट्ठे कर, समा नहीं बैठण दा। चली गई। यहूदी उसका इहो स्वागत करदे जिवें पूरा इजराइल आ गया होवे।
ਸਾਰਾ ਦਿਨ ਭਾਸ਼ਣ ਕਰਦੀ ਹੋਈ ਆਖਦੀ, ਹੁਣ ਭਾਸ਼ਣਾਂ, ਤਾੜੀਆਂ, ਜਜ਼ਬਾਤੀ ਹੰਝੂਆਂ ਦਾ ਸਮਾਂ ਨਹੀਂ, ਪੈਸੇ ਦਿਓ ਪੈਸੇ। ਕੋਈ ਨਹੀਂ ਉਧਾਰ ਦਿੰਦਾ ਹਥਿਆਰ। ਜਿਹੜੇ $1.5 ਅਰਬ ਪਿਛਲੀ ਵਾਰ ਇਕੱਠੇ ਹੋਏ, ਉਹਨਾਂ ਦੇ ਵਿੱਚੋਂ ਅੱਧੇ ਇੱਥੇ ਹੀ ਛੱਡ ਗਈ ਸਾਂ ਤਾਂ ਕਿ ਦੁਨੀਆ ਦੇ ਬਾਕੀ ਦੇਸ਼ਾਂ ਦੇ ਵਿੱਚ ਵਸੇ ਯਹੂਦੀਆਂ ਨੂੰ ਰਾਹਤ ਮਿਲ ਸਕੇ। ਅੱਧੇ ਇਜ਼ਰਾਈਲ ਲੈ ਗਈ ਸਾਂ। ਪਹਿਲਾਂ ਤਾਂ $75 ਕਰੋੜ ਉਹੀ ਮੈਨੂੰ ਦਿਓ, ਕਿਉਂਕਿ ਹੁਣ ਇਜ਼ਰਾਈਲ ਨੂੰ ਵਧੀਕ ਲੋੜ ਹੈ। ਇਸ ਤੋਂ ਇਲਾਵਾ ਹੋਰ ਜਿੰਨੇ ਦੇ ਸਕਦੇ ਹੋ ਦਿਓ। ਲੋਕਾਂ ਨੇ ਆਪਣੇ ਬਾਂਡ, ਸ਼ੇਅਰ ਵੇਚ ਕੇ ਪੈਸੇ ਦੇ ਦਿੱਤੇ। ਕਾਰਖਾਨੇਦਾਰਾਂ ਨੇ ਦਿਲ ਖੋਲ੍ਹ ਕੇ ਧਨ ਦਿੱਤਾ। ਯਹੂਦੀ ਜਾਨ ਹੂਲ ਕੇ ਦੁਸ਼ਮਣਾਂ ਦੇ ਵਿਰੁੱਧ ਲੜੇ। ਰੈਗੂਲਰ ਆਰਮੀ ਕੇਵਲ 45,000 ਸੀ, ਪਰ ਸਾਰਾ ਇਜ਼ਰਾਈਲ ਹੀ ਲੜ ਰਿਹਾ ਸੀ। UNO ਤੋਂ ਬਾਰ-ਬਾਰ ਜੰਗਬੰਦੀ ਦੀਆਂ ਅਪੀਲਾਂ ਆ ਰਹੀਆਂ ਸਨ, ਪਰ ਜਦੋਂ ਤੱਕ ਅਰਬਾਂ ਨੂੰ ਅਹਿਸਾਸ ਨਹੀਂ ਹੁੰਦਾ ਕਿ ਇਜ਼ਰਾਈਲੀ ਅਜਿੱਤ ਨੇ, ਉਹਨਾਂ ਕਦੋਂ ਹਟਣਾ ਸੀ। ਆਖਰ ਲਾਚਾਰੀ ਵਸ 5 ਦੇਸ਼ਾਂ ਨੇ 11 ਜੂਨ ਨੂੰ ਅਰਜ਼ੀ ਜੰਗਬੰਦੀ ਦਾ ਐਲਾਨ ਕੀਤਾ। ਆਰਜ਼ੀ ਜੰਗਬੰਦੀ ਹੋ ਗਈ। ਇੱਛਾ ਦੇ ਖਿਲਾਫ ਗੋਲਡਾ ਨੂੰ ਰੂਸ ਦੇ ਵਿੱਚ ਰਾਜਦੂਤ ਲਾ ਦਿੱਤਾ ਗਿਆ। ਉਸਨੇ ਇਤਰਾਜ਼ ਕੀਤਾ, ਮੈਂ ਕੀ ਗੁਨਾਹ ਕੀਤਾ ਸੀ ਕਿ ਆਜ਼ਾਦ ਹੋਣ ਸਾਰ ਮੈਨੂੰ ਜਲਾਵਤਨੀ ਮਿਲ ਗਈ। ਵਿਦੇਸ਼ ਮੰਤਰੀ ਸ਼ੈਰੇ ਨੇ ਕਿਹਾ, ਤੇਰੀ ਧੀ ਸਾਰਾ, ਜਵਾਈ ਜ਼ਕਰੀਆ ਤੇਰੇ ਰੇਡੀਓ ਓਪਰੇਟਰਾਂ ਵਜੋਂ ਤੇਰੇ ਨਾਲ ਚਲੇ ਜਾਣ, ਤੇਰਾ ਦਿਲ ਲੱਗਾ ਰਹੇਗਾ। ਰਾਜਦੂਤ ਦੇ ਵਜੋਂ ਜਦੋਂ ਰੂਸ ਦੇ ਵਿੱਚ ਸਲਾਮੀ ਦਿੱਤੀ ਜਾਏਗੀ, ਉਦੋਂ ਕਿਸ ਤਰ੍ਹਾਂ ਦਾ ਲਿਬਾਸ ਪਹਿਨਿਆ ਜਾਏ। ਇਜ਼ਰਾਈਲ ਦਾ ਕੌਮੀ ਲਿਬਾਸ ਹੈ ਹੀ ਨਹੀਂ। ਵਧੇਰੇ ਹਾਰ ਸ਼ਿੰਗਾਰ ਦਿਖਾਵੇ ਦੀ ਕੀ ਲੋੜ ਹੈ। ਜਿਹੋ ਜਿਹਾ ਗਰੀਬ ਅਤੇ ਜ਼ਖਮੀ ਇਜ਼ਰਾਈਲ, ਗੋਲਡਾ ਉਵੇਂ ਰਹੇਗੀ। ਸਿਰ ਤੇ ਨਿੱਕੀ ਮਖਮਲ ਦੀ ਦਸਤਾਰ ਵਲੇਟੇਗੀ ਤੇ ਕਾਲੇ ਰੰਗ ਦਾ ਚੋਲਾ ਹੋਵੇਗਾ। ਜਿਹੋ ਜਿਹਾ ਕਨਵੋਕੇਸ਼ਨ ਤੇ ਡਿਗਰੀ ਲੈਣ ਵੇਲੇ ਜਿਹੜਾ ਪਹਿਨਿਆ ਜਾਂਦਾ ਹੈ। ਮਾਸਕੋ ਜਾਣ ਸਾਰ ਵਰਗ ਮੁਕਤ ਰੂਸ ਦੀ ਝਲਕ ਦੇਖ ਲਈ। ਅੱਧ-ਖੜ ਔਰਤਾਂ ਜਿਹੜੀਆਂ ਸੜਕ ਉਸਾਰਨ ਦੇ ਲਈ ਮਜ਼ਦੂਰੀ ਕਰਦੀਆਂ ਤੇ ਸਫਾਈ ਕਰਦੀਆਂ ਹੁੰਦੀਆਂ, ਕੜਕਦੀ ਸਰਦੀ ਦੇ ਵਿੱਚ ਉਹਨਾਂ ਨੇ ਪੈਰਾਂ ਦੁਆਲੇ ਚਿੱਥੜੇ ਲਪੇਟੇ ਹੁੰਦੇ, ਬੂਟ ਚਾਹੀਦੇ ਸਨ। ਕੀਮਤੀ ਗਰਮ ਸੂਟ ਪਹਿਨੀ ਕਾਰਾਂ ਦੇ ਵਿੱਚ ਸਜੀਆਂ ਧਜੀਆਂ ਅਮੀਰ ਰੂਸੀ ਔਰਤਾਂ ਉਹਨਾਂ ਦੇ ਲਾਗਿਓਂ ਘੁੰਮਦੀਆਂ। ਸਲਾਮੀ ਦੀ ਰਸਮ ਤੋਂ ਬਾਅਦ ਗੋਲਡਾ ਨੇ ਚਾਹਿਆ ਯਹੂਦੀਆਂ ਨੂੰ ਮਿਲਾਂ। ਕਿੱਥੇ? ਕਿਸੇ ਯਹੂਦੀ ਮੰਦਰ ਦੇ ਵਿੱਚ। ਰੂਸ ਨੇ ਜਿਓਨਿਜ਼ਮ ਉੱਪਰ ਪਾਬੰਦੀ ਲਾਈ ਹੋਈ ਸੀ, ਹੀਬਰੂ ਉੱਪਰ ਪਾਬੰਦੀ, ਯਿਦਿਸ਼ ਅਤੇ ਸਿਸਕ ਰਹੀ ਸੀ, ਜਿਹੜੀ ਭਾਸ਼ਾ ਸੀ ਉਹਨਾਂ ਦੀ। ਗੋਲਡਾ ਦਾ ਸਟਾਫ ਕਈਆਂ ਯਹੂਦੀਆਂ ਨੂੰ ਜਾਣਦਾ ਸੀ। ਕੁਝ ਤਾਂ ਰਿਸ਼ਤੇਦਾਰ ਵੀ ਸਨ, ਤੇ ਪਰ ਜੇ ਉਹਨਾਂ ਨੂੰ ਮਿਲੇ ਤਾਂ ਸਰਕਾਰ ਜਾਣ ਗਈ ਕਿ ਇਹਨਾਂ ਦੀ ਰਿਸ਼ਤੇਦਾਰੀ ਇਜ਼ਰਾਈਲ ਦੇ ਵਿੱਚ ਹੈ, ਤਾਂ ਕੀ ਵਰਤਾਰਾ ਹੋਏਗਾ। ਰੂਸੀ ਮੁਸ਼ੱਕਤ ਕੈਂਪਾਂ ਦਾ ਜੀਵਨ ਜਾਣ ਕੇ ਕਾਂਬਾ ਛਿੜ ਜਾਂਦਾ ਹੈ। ਮੰਦਰ ਦੇ ਵਿੱਚ ਅਧੇੜ ਅਤੇ ਵੱਡੀ ਉਮਰ ਦੇ ਬਜ਼ੁਰਗ ਦੇਖੇ। ਅੱਖਾਂ ਦੇ ਵਿੱਚ ਉਦਾਸੀ, ਚਿਹਰਿਆਂ ਤੇ ਥਕਾਨ ਦੇਖੀ। ਪੁਜਾਰੀ ਨੇ ਅਰਦਾਸ ਦੇ ਪਿੱਛੋਂ ਜਦੋਂ ਗੋਲਡਾ ਦਾ ਨਾਮ ਲਿਆ, ਸਾਰੀ ਸੰਗਤ ਦੀਆਂ ਨਿਗਾਹਾਂ ਜਿਹੜੀਆਂ ਉਸ ਵੱਲ ਗਈਆਂ। ਲਗਾਤਾਰ ਦੇਰ ਤੱਕ ਦੇਖਦੇ ਰਹੇ। ਉਸਨੇ ਚਾਹਿਆ ਕਿ ਅਗਲੇ ਹਫ਼ਤੇ ਇਸ ਤੋਂ ਵੱਡੇ ਮੰਦਰ ਦੇ ਵਿੱਚ ਜਾਵਾਂਗੀ। ਪਰਵਾਦਾ ਦੇ ਵਿੱਚ ਇਲੀਆ ਐਹਰਨਬਰਗ ਦਾ ਲੰਮਾ ਲੇਖ ਛਪਿਆ, ਜਿਸਦੇ ਕੁਝ ਵਾਕ ਇਹ ਸਨ ਕਿ ਸਟਾਲਿਨ ਨਾ ਹੁੰਦਾ, ਇਜ਼ਰਾਈਲ ਨਾਮ ਦੀ ਸਟੇਟ ਨਹੀਂ ਹੋਣੀ ਸੀ। ਪਰ ਹੁਣ ਇਜ਼ਰਾਈਲ ਨੂੰ ਰੂਸੀ ਯਹੂਦੀਆਂ ਦਾ ਫਿਕਰ ਕਰਨ ਦੀ ਲੋੜ ਨਹੀਂ। ਇੱਥੇ ਯਹੂਦੀ ਮਸਲਾ ਹੈ ਹੀ ਨਹੀਂ। ਇਹ ਉਸ ਵੱਲੋਂ ਗੋਲਡਾ ਨੂੰ ਅਸੀਂ ਅਤੇ ਰੂਸੀ ਯਹੂਦੀਆਂ ਨੂੰ ਸਰਕਾਰੀ ਚੇਤਾਵਨੀ ਸੀ। ਪਰ ਇਹ ਕੀ? ਇਸ ਵੱਡੇ ਗਿਰਜੇ ਦੇ ਵਿੱਚ 2000 ਤੋਂ ਵੱਧ ਯਹੂਦੀ ਨਹੀਂ ਸਨ ਆਉਂਦੇ। ਗੋਲਡਾ ਦੀ ਖਬਰ ਸੁਣ ਕੇ 50,000 ਦਾ ਇਕੱਠ ਹੋ ਗਿਆ। ਵੱਡੇ ਛੋਟੇ, ਪੜ੍ਹੇ ਅਨਪੜ੍ਹ, ਔਰਤਾਂ ਮਰਦ, ਇਹ ਸਨ ਉਹ ਯਹੂਦੀ ਜਿਨ੍ਹਾਂ ਨੇ ਐਹਰਨਬਰਗ ਦੀ ਧਮਕੀ ਪਰਵਾਦਾ ਦੇ ਵਿੱਚ ਪੜ੍ਹ ਕੇ ਜਾਣਿਆ ਸੀ ਕਿ ਗੋਲਡਾ ਮੰਦਰ ਦੇ ਵਿੱਚ ਆਏਗੀ। ਇਹ ਭੀੜ ਗੋਲਡਾ ਦੇ ਇਜ਼ਰਾਈਲ ਦੇ ਸਵਾਗਤ ਦੇ ਵਿੱਚ ਤੇ ਧਮਕੀ ਦੇ ਜਵਾਬ ਦੇ ਵਿੱਚ ਚੱਲ ਕੇ ਆਈ। ਪ੍ਰਾਰਥਨਾ ਤੋਂ ਬਾਅਦ ਯਿਦਿਸ਼ ਦੇ ਵਿੱਚ ਨਾਅਰੇ ਲੱਗੇ, ਸਾਡੀ ਗੋਲਡਾ, ਪਿਆਰੀ ਗੋਲਡਾ, ਸਲਾਮ ਗੋਲਡਾ। ਕੋਈ ਹੱਸ ਰਿਹਾ ਸੀ ਤੇ ਕੋਈ ਰੋ ਰਿਹਾ ਸੀ, ਕੋਈ ਹੱਥ ਹਿਲਾ ਰਿਹਾ ਸੀ। ਇਹਨਾਂ ਦਾ ਸ਼ੁਕਰਾਨਾ ਕਿਵੇਂ ਕੀਤਾ ਜਾਵੇ। ਉੱਚੀ ਥਾਂ ਦੇ ਉੱਤੇ ਖਲੋ ਕੇ ਗੋਲਡਾ ਨੇ ਉੱਚੀ ਆਵਾਜ਼ ਦੇ ਵਿੱਚ ਯਿਦਿਸ਼ ਵਾਕ ਬੋਲਿਆ, ਸ਼ੁਕਰਾਨਾ ਰੱਬ ਦਾ, ਤੁਸੀਂ ਯਹੂਦੀ ਹੀ ਰਹੇ। ਬਿਜਲੀ ਵਾਂਗ ਇਹ ਵਾਕ ਹਰੇਕ ਦਿਲ ਦਿਮਾਗ ਵਿੱਚੋਂ ਦੀ ਝੁਣਝਣੀ ਛੇੜਦਾ ਲੰਘ ਗਿਆ, ਜਿਵੇਂ ਕਿਸੇ ਪੈਗੰਬਰ ਦਾ ਬੋਲ ਹੋਵੇ। ਭੀੜ ਦਾ ਇੱਕ ਹਿੱਸਾ ਦੂਤਘਰ ਦੇ ਵਿੱਚ ਨਾਲ ਹੀ ਤੁਰ ਆਇਆ। ਗੱਲ ਕੋਈ ਨਹੀਂ ਹੋ ਰਹੀ ਸੀ, ਸਭ ਖਾਮੋਸ਼, ਪਰ ਕੋਈ ਸੁਨੇਹਾ ਆ ਜਾ ਰਿਹਾ ਸੀ। ਗੋਲਡਾ ਦਾ ਸਾਰਾ ਇਜ਼ਰਾਈਲੀ ਸਟਾਫ ਰੋ ਪਿਆ। ਬਹੁਤੇ ਯਹੂਦੀ ਕਹਿ ਰਹੇ ਸਨ,
ਜਦੋਂ ਰੱਬ ਦੀ ਰਜ਼ਾ ਹੋਈ ਅਸੀਂ ਇਜ਼ਰਾਈਲ ਤੁਹਾਡੇ ਕੋਲ ਆ ਕੇ ਰਹਾਂਗੇ। ਗੋਲਡੀ ਕਰਾਮਾਤ ਸਟਾਲਿਨ ਵਰਗਾ ਸਖਤ ਜਾਨ ਤਾਨਾਸ਼ਾਹ ਯਹੂਦੀ ਸਪਿਰਿਟ ਨੂੰ ਤੋੜ ਨਾ ਸਕਿਆ। ਭੀੜ ਦੇ ਵਿੱਚ ਖਲੋਤੀ ਗੋਲਡਾ ਦੀ ਤਸਵੀਰ ਇੱਕ ਅਖਬਾਰ ਦੇ ਵਿੱਚ ਛਪੀ। 20 ਸਾਲ ਬਾਅਦ ਤੱਕ ਰੂਸੀ ਯਹੂਦੀ ਇਜ਼ਰਾਈਲ ਦੇ ਵਿੱਚ ਸ਼ਰਨ ਲੈਣ ਆਉਂਦੇ। ਗੋਲਡਾ ਨੂੰ ਪੀਲੀ ਹੋ ਚੁੱਕੀ ਇਹ ਫੋਟੋ ਦਿਖਾਉਂਦੇ। ਸਾਂਭ ਰੱਖੀ ਹੋਈ ਯਾਦਗਾਰ ਯਹੂਦੀ ਅਰਦਾਸ ਦਾ ਆਖਰੀ ਵਾਕ ਹੈ, ਇੰਸ਼ਾ ਅੱਲਾ ਅਗਲੇ ਸਾਲ ਯਰੂਸ਼ਲਮ ਦੇ ਵਿੱਚ ਹੋਵੇਗਾ। ਇਹ ਉਹ ਕਹਿੰਦੇ ਨੇ ਜਦੋਂ ਮਿਲਦੇ ਆ। ਇੱਕ ਅੰਗਰੇਜ਼ ਪੱਤਰਕਾਰ ਗੋਲਡਾ ਕੋਲ ਆ ਕੇ ਕਹਿਣ ਲੱਗਿਆ, ਐਹਰਨਬਰਗ ਨੂੰ ਮਿਲ ਕੇ ਆਵਾਂ। ਗੋਲਡਾ ਨੇ ਕਿਹਾ, ਵਧੀਆ ਰਹੇ। ਹੈ ਉਹ ਵੀ ਯਹੂਦੀ ਪਰਿਵਾਰ ਦੇ ਵਿੱਚੋਂ ਹੀ। ਚੈੱਕ ਦੂਤਾਵਾਸ ਦੇ ਵਿੱਚ ਡਿਨਰ ਸੀ। ਆਖਰੀ ਲਾਈਨਾਂ ਵੱਲ ਵੱਧਦੇ ਹਾਂ। ਚੈੱਕ ਦੂਤਾਵਾਸ ਦੇ ਵਿੱਚ ਡਿਨਰ ਸੀ ਤੇ ਉਹ ਵੀ ਆਇਆ ਹੋਇਆ ਸੀ। ਪੱਤਰਕਾਰਾਂ ਨੇ ਗੋਲਡਾ ਨੂੰ ਕਿਹਾ, ਆਹੋ ਬੈਠੋ, ਆ ਜਾਓ, ਲਿਆਵਾਂ। ਗੋਲਡਾ ਨੇ ਕਿਹਾ, ਉਹ ਤਾਂ ਸ਼ਰਾਬੀ ਲੱਗਦਾ ਹੈ। ਹਾਂ ਮੈਡਮ, ਰੋਜ਼ ਦਾ ਇਹੀ ਹਾਲ ਹੈ ਕਾਮਰੇਡ ਦਾ। ਉਹ ਜਾਣਦਾ ਹੈ ਕਿ ਮੁੱਲੋਂ ਤੁਸੀਂ ਰੂਸ ਦੇ ਵਸਨੀਕ ਹੋ। ਪੱਤਰਕਾਰ ਲੜਖੜਾਉਂਦੇ ਐਹਰਨਬਰਗ ਨੂੰ ਲੈ ਆਇਆ। ਸਾਹਮਣੇ ਆ ਕੇ ਰਸ਼ੀਅਨ ਬੋਲਣ ਲੱਗ ਪਿਆ ਤਾਂ ਗੋਲਡਾ ਨੇ ਅੰਗਰੇਜ਼ੀ ਦੇ ਵਿੱਚ ਕਿਹਾ, ਮੈਂ ਰਸ਼ੀਅਨ ਨਹੀਂ ਬੋਲ ਸਕਦੀ। ਤਲਖੀ ਦੇ ਨਾਲ ਐਹਰਨਬਰਗ ਬੋਲਿਆ, ਰੂਸ ਦੇ ਵਿੱਚ ਜੰਮ ਕੇ ਜਿਹੜਾ ਅੰਗਰੇਜ਼ੀ ਬੋਲੇ ਮੈਂ ਉਹਨੂੰ ਨਫ਼ਰਤ ਕਰਦਾ ਹਾਂ। ਗੋਲਡਾ ਬੋਲੀ, ਯਹੂਦੀ ਘਰ ਦੇ ਵਿੱਚ ਜੰਮ ਕੇ ਜਿਸ ਨੂੰ ਹਿਬਰੂ ਨਹੀਂ ਆਉਂਦੀ, ਯਿੱਦਿਸ਼ ਵੀ ਨਾ ਆਉਂਦੀ ਹੋਵੇ, ਲਾਹਨਤ ਉਸ ਦੇ ਉੱਪਰ। ਆਲੇ ਦੁਆਲੇ ਇਕੱਤਰ ਹੋਈ ਰੂਸੀਆਂ ਦੀ ਭੀੜ ਨੇ ਐਹਰਨਬਰਗ ਵੱਲ ਨਫ਼ਰਤ ਦੇ ਨਾਲ ਦੇਖਿਆ। ਇਸੇ ਤਰ੍ਹਾਂ ਦੇ ਇੱਕ ਹੋਰ ਰਾਤਰੀ ਭੋਜ ਤੇ ਰੂਸ ਦਾ ਵਿਦੇਸ਼ ਮੰਤਰੀ ਮੋਲੋਤੋਵ ਆਪਣੀ ਪਤਨੀ ਸਣੇ ਮਿਲਿਆ। ਮਿਸਿਜ ਮੋਲੋਤੋਵ ਨੇ ਯਿੱਦਿਸ਼ ਦੇ ਵਿੱਚ ਗੱਲਾਂ ਕਰਦਿਆਂ ਕਿਹਾ, ਦੇਰ ਤੋਂ ਤੁਹਾਨੂੰ ਮਿਲਣ ਦੀ ਇੱਛੁਕ ਸਾਂ, ਅੱਜ ਮੌਕਾ ਮਿਲਿਆ ਹੈ। ਤੂੰ ਯਹੂਦੀ ਹੈ? ਮਿਸਿਜ ਮੋਲੋਤੋਵ ਨੇ ਕਿਹਾ, ਹਾਂ ਪੱਕੀ ਯਹੂਦੀ। ਸੁਣਿਆ ਤੁਹਾਡੀ ਧੀ ਤੁਹਾਡੇ ਨਾਲ ਆਈ ਹੈ, ਕਿੱਥੇ ਹੈ? ਗੋਲਡਾ ਨੇ ਬੁਲਾ ਲਈ। ਸਾਰਾ ਨੇ ਵੀ ਯਿੱਦਿਸ਼ ਦੇ ਵਿੱਚ ਜਿਹੜੀ ਸੀ ਗੱਲਾਂ ਕੀਤੀਆਂ। ਮਿਸਿਜ ਮੋਲੋਤੋਵ ਬਾਅਦ ਗ੍ਰਿਫਤਾਰ ਕਰ ਲਈ ਗਈ। ਯਹੂਦੀਆਂ ਨੇ ਇੱਕ ਇਜ਼ਰਾਈਲੀ ਦੂਤ ਦਾ ਇੰਨਾ ਆਦਰ ਕਿਉਂ ਕੀਤਾ? ਇਸ ਦੇ ਫਲਸਰੂਪ ਪਹਿਲਾਂ ਮਾਸਕੋ ਦਾ ਯਿੱਦਿਸ਼ ਥੀਏਟਰ ਬੰਦ ਕੀਤਾ ਗਿਆ, ਫਿਰ ਯਿੱਦਿਸ਼ ਅਖਬਾਰ ਬੰਦ, ਫਿਰ ਯਿੱਦਿਸ਼ ਪ੍ਰਕਾਸ਼ਨ ਹਾਊਸ ਬੰਦ। ਇਸ ਗੱਲ ਦੀ ਪਰਵਾਹ ਨਹੀਂ ਕਿ ਇਹ ਸਾਰੇ ਅਦਾਰੇ ਕਮਿਊਨਿਸਟ ਲਾਈਨ ਉੱਤੇ ਚੱਲ ਰਹੇ ਸਨ। ਪਰ ਇਜ਼ਰਾਈਲ ਦੇ ਵਿੱਚ ਦਿਲਚਸਪੀ ਲੈਣ ਦੀ ਕੀ ਵਜ੍ਹਾ ਹੈ? 5 ਮਹੀਨੇ ਬਾਅਦ ਇੱਕ ਵੀ ਯਹੂਦੀ ਨੇ ਗੋਲਡਾ ਦੇ ਨਾਲ ਸੰਪਰਕ ਕਰਨ ਦੀ ਜੁਰਤ ਨਹੀਂ ਕੀਤੀ। 7 ਮਹੀਨੇ ਦੀ ਕੁੱਲ ਆਉਦ ਰੂਸ ਦੇ ਵਿੱਚ ਬਿਤਾ ਕੇ ਉਹ ਇਜ਼ਰਾਈਲ ਪਰਤ ਆਈ ਤੇ ਉਸ ਤੋਂ ਬਾਅਦ ਸੰਪਰਕ ਦੇ ਵਿੱਚ ਆਈ। 5 ਮਹੀਨੇ ਬਾਅਦ ਉਹ ਜਿਹੜੀ ਸੀ ਜੁਰਤ ਨਹੀਂ ਕੀਤੀ, ਕਿਸੇ ਨੇ ਵੀ ਹਿੰਮਤ ਨਹੀਂ ਕੀਤੀ ਬੋਲਣ ਦੀ। ਇਜ਼ਰਾਈਲ ਪਰਤ ਆਈ ਤੇ ਲੇਬਰ ਅਤੇ ਮਕਾਨ ਉਸਾਰੀ ਮੰਤਰੀ ਵਜੋਂ ਗੁਰਿਓ ਦੀ ਵਜ਼ਾਰਤ ਦੇ ਵਿੱਚ ਸ਼ਾਮਲ ਹੋ ਗਈ। ਪੁਜਾਰੀਆਂ ਨੇ ਇੱਕ ਔਰਤ ਨੂੰ ਐਡਾ ਰੁਤਬਾ ਦੇਣ ਖਿਲਾਫ ਰੋਸ ਕੀਤਾ, ਪਰ ਜਦੋਂ ਦੱਸਿਆ ਗਿਆ ਕਿ ਪੁਰਾਤਨ ਸਮੇਂ ਦੇਬੋਰਾ ਨਾਮ ਦੀ ਇੱਕ ਔਰਤ ਯਹੂਦੀਆਂ ਦੀ ਜੱਜ ਰਹੀ ਹੈ ਤਾਂ ਚੁੱਪ ਹੋ ਕੇ ਰਹਿ ਗਏ। 7 ਸਾਲ ਦਾ ਉਸਦਾ ਮੰਤਰਾਲੇ ਦਾ ਸਮਾਂ ਸਭ ਤੋਂ ਵਧੇਕ ਖੁਸ਼ੀ ਦਾ ਸਮਾਂ ਜਿਹੜਾ ਫਿਰ ਰਿਹਾ। ਜੀ ਦੋਸਤੋ, ਇਹ ਸੀ ਜੀ ਗੱਲਬਾਤ। ਅੱਗੇ ਗੱਲਬਾਤ ਇਸ ਦੀ ਅਗਲੇ ਹਫ਼ਤੇ ਦੇ ਵਿੱਚ ਤੋਰਾਂਗੇ ਮੰਗਲਵਾਰ ਨੂੰ। ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ। ਗੋਲਡਾ ਮੀਰ ਅਤੇ ਇੱਕ ਦੇਸ਼ ਦਾ ਜਨਮ, ਗੱਲਬਾਤ ਈਰਾਨ ਤੇ ਈਰਾਨੀ ਕਿਤਾਬ ਦੇ ਵਿੱਚੋਂ ਆਪਣੇ ਹਰਪਾਲ ਸਿੰਘ ਪੰਨੂ ਜੀ ਦੀ ਕਲਮ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੀਓ ਦਾ ਮੰਚ।